ਇਹ ਵੀ ਸਾਰਿਆਂ ਨੂੰ ਸਮਝ ਨਹੀਂ ਲੱਗਦੀ, ਪਰ ਫਿਰ ਵੀ ਦੂਸਰੇ ਗ੍ਰੰਥਾਂ ਨਾਲੋਂ ਉਹਨਾਂ ਦੀ ਨਰਾਦਰੀ ਨਹੀਂ ਹੈ। ਗਿਆਨ ਉਹੀ ਹੈ ਜਿਹੜਾ ਗਿਆਨ ਵੇਦਾਂ ਵਿੱਚ ਸੀ, ਗਿਆਨ ਉਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹੈ। ਕੇਵਲ ਜੀਵਾਂ ਨੂੰ ਸਮਝਾਉਣ ਵਾਸਤੇ ਸਮੇਂ ਮੁਤਾਬਕ, ਜਿਸ ਤਰ੍ਹਾਂ ਸਮਾਂ ਬਦਲਦਾ ਜਾਂਦਾ ਹੈ, ਨਵੀਂ ਮਸ਼ੀਨਰੀ ਆ ਜਾਂਦੀ ਹੈ, ਉਹ ਮਸ਼ੀਨਰੀ ਪਹਿਲੇ ਨਾਲੋਂ ਜ਼ਿਆਦਾ ਵਧੀਆ ਕੰਮ ਕਰਨ ਲੱਗ ਜਾਂਦੀ ਹੈ। ਇਹ ਨਹੀਂ ਕਿ ਪਹਿਲੀ ਮਸ਼ੀਨਰੀ ਦਾ ਕੰਮ ਕਾਜ ਖਤਮ ਹੋ ਜਾਂਦਾ। ਆਪਣਾ ਆਪਣਾ ਢੰਗ ਤਰੀਕਾ ਅਵਤਾਰਾਂ ਪੁਰਸ਼ਾਂ ਦੇ ਆਪਣੇ ਆਪਣੇ ਸਮੇਂ ਮੁਤਾਬਕ ਜਿੱਦਾਂ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਲਿਖ ਦਿੱਤਾ। ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਜੀਵ ਆਤਮਾ ਹੈ, ਮਨੁੱਖ ਸਰੀਰ ਸਭ ਤੋਂ ਮਹਿੰਗਾ ਸਰੀਰ ਹੈ। ਇਹ ਸਰੀਰ ਮਿਲਣਾ ਬੜੀ ਮੁਸ਼ਕਿਲ ਗੱਲ ਹੈ। ਸਾਖਤਾਂ ਨੂੰ ਵੀ ਮਿਲ ਗਿਆ, ਗੁਰਮੁਖਾਂ ਨੂੰ ਵੀ ਮਿਲ ਗਿਆ। ਇਹ ਆਖਰੀ ਡੰਡਾ ਹੈ। ਬਹੁਤ ਜ਼ਿਆਦਾ ਮਿਹਨਤ ਕਰਨੀ ਪਈ, ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਗੁਰੂਆਂ ਪੀਰਾਂ ਦੀ ਸੇਵਾ ਕੀਤੀ ਅਤੇ ਸੇਵਾ ਕਰਨ ਤੋਂ ਭਗਤੀ ਕੀਤੀ ਅਤੇ ਉਹਦੇ ਤੋਂ ਬਾਅਦ ਇਹ ਮਨੁੱਖ ਸਰੀਰ ਮਿਲਿਆ। 3 ਤਰ੍ਹਾਂ ਦੇ ਮਨੁੱਖ ਆਉਂਦੇ ਨੇ। ਉਹਨਾਂ ਵਿੱਚੋਂ ਇੱਕ ਮਨੁੱਖ ਤਾਂ ਉਹ ਨੇ ਜਿਨ੍ਹਾਂ ਨੂੰ 84 ਲੱਖ ਦਾ ਚੱਕਰ ਕੱਟ ਕੇ ਉਹਨਾਂ ਨੂੰ ਆਟੋਮੈਟਿਕਲੀ ਸਰੀਰ ਮਨੁੱਖ ਦਾ ਮਿਲਣਾ ਹੀ ਸੀ, ਕਿਉਂਕਿ ਉਹਨਾਂ ਨੂੰ ਸਿਰੇ 'ਤੇ ਇੱਕ ਵਾਰੀ ਸਰੀਰ ਮਿਲਣਾ ਮਨੁੱਖ ਦਾ। ਉਹਨੇ 84 ਦਾ ਚੱਕਰ ਪੂਰਾ ਕਰ ਲਿਆ। 84 ਲੱਖ ਜੂਨ ਸਾਇੰਸਦਾਨਾਂ ਦੀ ਗਿਣਤੀ ਵਿੱਚ ਤਾਂ ਨਹੀਂ ਆਈ, ਪਰ ਗੁਰੂਆਂ ਪੀਰਾਂ ਦੇ ਗ੍ਰੰਥਾਂ ਵਿੱਚ ਜਾਂ ਧਾਰਮਿਕ ਜਿੰਨੇ ਵੀ ਮਹਾਂਪੁਰਸ਼ਾਂ ਨੇ ਗ੍ਰੰਥ ਲਿਖੇ ਆ, ਉਹਨਾਂ ਤੋਂ ਸੁਣ ਕੇ ਜਾਂ ਪੜ੍ਹ ਕੇ ਸਾਨੂੰ ਪਤਾ ਲੱਗਿਆ ਕਿ ਜੂਨ 84 ਲੱਖ ਹੈ, ਜਿਹਦੇ ਵਿੱਚੋਂ 42 ਲੱਖ ਪਾਣੀ ਵਿੱਚ ਹੈ, 42 ਲੱਖ ਥਲ ਵਿੱਚ ਹੈ। ਹਾਲੇ ਸਾਇੰਸਦਾਨਾਂ ਦੀ ਗਿਣਤੀ ਵਿੱਚ ਤਾਂ ਨਹੀਂ ਸਾਰੀ ਜੂਨ ਆਈ, ਕਿ ਜੂਨਾਂ ਦਿਸਦੀਆਂ ਨਹੀਂ, ਮਨੁੱਖ ਦੀ ਨਜ਼ਰ ਹੀ ਨਹੀਂ ਪੈਂਦੀਆਂ। ਇਸ ਕਰਕੇ ਸਭ ਤੋਂ ਇੱਕ ਕੀਮਤੀ ਸਰੀਰ ਜਿਹੜਾ ਹੈ ਮਨੁੱਖ ਹੈ। ਇਸ ਮਨੁੱਖ ਨੇ ਅਗਲਾ ਜਨਮ ਕਿਹੜਾ ਲੈਣਾ, ਉਹ ਇਸ ਨੇ ਵਿਚਾਰ ਕਰਨੀ ਹੈ। ਮੈਂ ਅਗਲਾ ਜਨਮ ਕਿਹੜਾ ਪ੍ਰਾਪਤ ਕਰਨਾ ਹੈ, ਕਿਹੜਾ ਨਹੀਂ ਕਰਨਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛੋ, ਮਹਾਰਾਜ ਜੀਵ ਆਤਮਾ ਨਿਕਲ ਕੇ ਕਿੱਥੇ ਚਲੀ ਗਈ? ਬਹੁਤ ਲੋਕ ਤਾਂ ਇਸ ਗੱਲ ਨੂੰ ਮੰਨਦੇ ਨਹੀਂ। ਉਹ ਕਹਿੰਦੇ ਸਰੀਰ ਵਿੱਚੋਂ ਆਤਮਾ ਨਿਕਲ ਗਈ ਅਤੇ ਕੰਮ ਖਤਮ ਹੋ ਗਿਆ, ਸਰੀਰ ਦਾ ਸੰਸਕਾਰ ਹੋ ਗਿਆ। ਪਰ ਗ੍ਰੰਥ ਇਸ ਗੱਲ ਨੂੰ ਨਹੀਂ ਮੰਨਦੇ। ਭਾਵੇਂ ਮੁਸਲਮਾਨ ਧਰਮ ਹੈ, ਮੁਹੰਮਦ ਸਾਹਿਬ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਹੈ, ਕੁਰਾਨ ਸ਼ਰੀਫ ਲਿਖਿਆ ਹੈ, ਉਹਨਾਂ ਦੇ ਗਿਆਨ ਵਿੱਚ ਵੀ ਤਾਂ ਫਰਕ ਤਾਂ ਕੋਈ ਨਹੀਂ ਹੈ। ਪਰ ਉਹ ਧਰਮ ਦੇ ਲੋਕ ਕਹਿੰਦੇ ਨੇ ਮਨੁੱਖ ਇੱਕ ਵਾਰ ਮਰ ਗਿਆ ਅਤੇ ਮੁੜ ਕੇ ਫਿਰ ਉੱਠੇਗਾ ਦੁਬਾਰਾ। ਉਹ ਕਬਰਾਂ ਵਿੱਚੋਂ ਮੁੜ ਕੇ ਕਿਆਮਤ ਦੇ ਸਮੇਂ 'ਤੇ ਉੱਠ ਖੜਨਗੇ। ਪਰ ਸ਼ੇਖ ਫਰੀਦ ਸਾਹਿਬ ਜੀ ਨੇ ਇਹ ਗੱਲ ਨਹੀਂ ਮੰਨੀ। ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਅੱਗੇ ਜਾ ਕੇ ਦਰਗਾਹ ਵਿੱਚ ਇਸ ਜੀਵ ਆਤਮਾ ਦਾ ਹਿਸਾਬ ਜ਼ਰੂਰ ਹੋਵੇਗਾ। ਉਹਨਾਂ ਨੇ ਇਸ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਫਰੀਦਾ ਜਿਨੀ ਕੰਮਣੀ ਨਾਹੀ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੀਵੀ ਸਾਈਂ ਦੇ ਦਰਬਾਰ। ਤੈਨੂੰ ਅੱਗੇ ਜਾ ਕੇ ਕਿਸੇ ਅੱਗੇ ਪੇਸ਼ ਹੋਣਾ ਪਵੇਗਾ। ਮਾੜੇ ਕਰਮ ਕਰੇਗਾ ਤੈਨੂੰ ਸ਼ਰਮਿੰਦਾ ਹੋਣਾ ਪਵੇਗਾ, ਚੰਗੇ ਕਰਮ ਕਰੇਗਾ। ਵੈਸੇ ਹੀ ਮਨੁੱਖ ਨੂੰ ਚੰਗਾ ਕਰਮ ਕਰਦਾ, ਉਹ ਕਿਸੇ ਤੋਂ ਡਰਦਾ ਨਹੀਂ ਹੈ। ਮਾੜੇ ਕਰਮ ਕਰਨ ਵਾਲਾ ਮਨੁੱਖ ਹਰੇਕ ਜਗ੍ਹਾ ਤੋਂ ਡਰਦਾ, ਸਰਕਾਰੀ ਦਰਬਾਰੇ ਵੀ ਡਰਦਾ ਅਤੇ ਨਗਰ ਵਿੱਚੋਂ ਵੀ ਸੱਜਣਾ ਤੋਂ, ਆਪਣਿਆਂ ਤੋਂ, ਪ੍ਰੇਮੀਆਂ ਤੋਂ ਵੀ ਡਰਦਾ। ਇਸ ਕਰਕੇ ਇਹ ਸਭ ਤੋਂ ਇੱਕ ਸਰੀਰ ਮਹਿੰਗਾ ਸੀ। ਇਹਦੇ ਵਿੱਚ ਜੀਵ ਆਤਮਾ ਜਿਹੜੀ ਸੀ ਉਹਨੇ ਆਪਣੇ ਕਰਮਾਂ ਮੁਤਾਬਕ ਅਗਲਾ ਜਨਮ ਪ੍ਰਾਪਤ ਕਰਨਾ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛੀਏ, ਮਹਾਰਾਜ ਵੀ ਜੀਵ ਆਤਮਾ ਨਿਕਲ ਕੇ ਕਿੱਥੇ ਚਲੀ ਗਈ? 4 ਪ੍ਰਕਾਰ ਦਾ ਦਾਗ ਹੈ। ਉਹਦੇ ਵਿੱਚ 4 ਸ਼੍ਰੇਣੀਆਂ ਨੇ। ਮੰਨੂ ਜੀ ਨੇ ਇੱਕ ਬ੍ਰਾਹਮਣ ਹੈ, ਖੱਤਰੀ ਹੈ ਅਤੇ ਵੈਸ਼ ਅਤੇ ਸ਼ੂਦਰ ਨੇ। 4 ਸ਼੍ਰੇਣੀਆਂ ਦੇ 4 ਪ੍ਰਕਾਰ ਦੇ ਦਾਗ ਨੇ। ਬ੍ਰਾਹਮਣ ਦਾ ਦਾਗ ਹੈ ਪਾਣੀ ਦਾ। ਜਿਹੜੇ ਮਹਾਤਮਾ ਲੋਕ ਸਨ ਉਹਨਾਂ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਸਨ। ਖੱਤਰੀ ਦਾ ਦਾਗ ਸੀ ਕਿ ਉਹਦੀ ਜਿਹੜੀ ਦੇਹੀ ਹੈ ਉਹਨੂੰ ਹਵਾ ਦਾ ਦਾਗ ਕਹਿੰਦੇ ਸੀ, ਕਿਉਂਕਿ 4 ਤੱਤਾਂ ਦਾ ਸਰੀਰ ਹੈ। 4 ਤੱਤਾਂ ਵਿੱਚ ਇੱਕ ਤੱਤ ਵਿੱਚ ਸਰੀਰ ਨੂੰ ਰਲਾ ਦਿੰਦੇ ਆ। ਕਿਸੇ ਤੱਤ ਵਿੱਚ ਵੀ ਰਲਾ ਦਿਓ, ਅੱਗ, ਪਾਣੀ, ਹਵਾ ਅਤੇ ਮਿੱਟੀ, 4 ਤੱਤਾਂ ਵਿੱਚੋਂ ਇੱਕ ਤੱਤ ਵਿੱਚ ਸਰੀਰ ਨੂੰ ਰਲਾ ਦਿੰਦੇ ਆ। ਅਤੇ ਉਹਨਾਂ ਦੇ ਵਿੱਚੋਂ ਜਿਹੜਾ ਖੱਤਰੀ ਦਾ ਦਾਗ ਸੀ, ਜਦ ਖੱਤਰੀ ਮੈਦਾਨੇ ਜੰਗ ਵਿੱਚ ਲੜ ਕੇ ਸਰੀਰ ਛੱਡ ਜਾਂਦਾ ਸੀ ਅਤੇ ਜੇ ਉਹਦੀ ਦੇਹੀ ਜਾਨਵਰ ਤੋੜ ਕੇ ਨਾ ਖਾਣ ਤਾਂ ਉਹਨੂੰ ਪਵਿੱਤਰ ਨਹੀਂ ਮੰਨਦੇ ਸੀ।
ਅੱਜ ਵੀ ਜਿਹੜੇ ਉਸ ਮਰਜ਼ਾਦਾ ਨੂੰ ਕਾਇਮ ਰੱਖਦੇ ਆ, ਉਹ ਸਰੀਰ ਨੂੰ ਉੱਤੇ ਦਰੱਖਤ ਦੇ ਉੱਤੇ ਬੰਨ੍ਹ ਦਿੰਦੇ ਆ। ਉਹਦੇ ਉੱਤੇ ਜੋ ਜਾਨਵਰ ਉਹਨੂੰ ਤੋੜ ਤੋੜ ਖਾ ਜਾਂਦੇ ਆ। ਜੇ ਥੱਲੇ ਰੱਖਦੇ ਤਾਂ ਕੁੱਤੇ ਬਿੱਲੇ ਉਹਦਾ ਬੇਸਤਕਾਰੀ ਕਰਦੇ ਆ। ਵੈਸੇ ਉਹ ਦਾਗ ਹੁਣ ਖਤਮ ਹੈ ਸਾਡੇ ਹਿੰਦੁਸਤਾਨ ਵਿੱਚ, ਖਤਮ ਹੈ ਕਿਉਂਕਿ ਖੱਤਰੀ ਕੌਮ ਜਿਹੜੀ ਲੜਨ ਵਾਲੀ ਸੀ, ਇਹ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਧਰਮ ਸਨ। ਉਹਦੇ ਤੋਂ ਬਾਅਦ ਵੈਸ਼ ਜਿਹੜੇ ਖੇਤੀਬਾੜੀ ਕਰਨ ਵਾਲੇ, ਖੇਤੀਬਾੜੀ ਨਾਲ ਸੰਬੰਧਿਤ ਲੋਕ ਸਨ, ਉਹਨਾਂ ਦਾ ਦਾਗ ਸੀ ਅੱਗ ਦਾ। ਉਹਨਾਂ ਨੂੰ ਅੱਗ ਦੇ ਵਿੱਚ ਦਾਗ ਕਰ ਦਿੰਦੇ ਸੀ। ਉਹਦਾ ਜਿਹੜਾ ਅਗਲਾ ਕਿਰਿਆਕਰਮ ਸੀ ਆਪਣੇ ਮਤ ਦੇ ਮੁਤਾਬਕ ਉਹ ਕਰਦੇ ਸੀ। ਚੌਥਾ ਦਾਗ ਸੀ ਸ਼ੂਦਰ ਦਾ, ਉਹ ਦਾਗ ਸੀ ਮਿੱਟੀ ਦਾ। ਮਿੱਟੀ ਦੇ ਵਿੱਚ ਸਰੀਰ ਨੂੰ ਦੱਬ ਦੇਣਾ ਅਤੇ ਉੱਤੇ ਮਿੱਟੀ ਪਾ ਦੇਣੀ, ਸਮੇਂ ਮੁਤਾਬਕ ਉਹ ਸਰੀਰ ਸਮਾਪਤ ਹੋ ਜਾਂਦਾ ਸੀ। ਇਹ ਚੌਹਾਂ ਸ਼੍ਰੇਣੀਆਂ, ਚੌਹਾਂ ਤਰ੍ਹਾਂ ਦੇ ਦਾਗ ਤੋਂ ਬਾਅਦ ਸਰੀਰ ਦੋ ਤੱਤਾਂ ਦੇ ਮੇਲ ਦੇ ਨਾਲ ਤੁਰਿਆ ਫਿਰਦਾ ਹੈ। ਇੱਕ ਜੀਵਾਤਮਾ ਹੈ, ਇਕੱਲਾ ਸਰੀਰ ਹੈ। ਜੀਵਾਤਮਾ ਸਰੀਰ ਤੋਂ ਬਿਨਾਂ ਰਹਿ ਲੈਂਦੀ ਹੈ, ਸਰੀਰ ਜੀਵਾਤਮਾ ਤੋਂ ਬਿਨਾਂ ਨਹੀਂ ਰਹਿੰਦਾ। ਜੀਵਾਤਮਾ ਸਰੀਰ ਵਿੱਚੋਂ ਨਿਕਲ ਜਾਵੇ, ਦੂਜੇ ਦਿਨ ਸਰੀਰ ਮੁਸ਼ਕ ਜਾਂਦਾ। ਜਿੰਨਾ ਚਿਰ ਜੀਵਾਤਮਾ ਸਰੀਰ ਦੇ ਵਿੱਚ ਹੈ, ਮੁਸ਼ਕਦਾ ਨਹੀਂ ਹੈ। ਲੋਕ ਇਹਦੇ ਨਾਲ ਪ੍ਰੇਮ ਵੀ ਕਰਦੇ ਆ ਕਿਉਂਕਿ ਪਰਮੇਸ਼ਰ ਦੀ ਅੰਸ਼ ਉਹਦੇ ਵਿੱਚ ਬੈਠੀ ਹੈ। ਕਈ ਮਹਾਤਮਾ ਲੋਕ ਇਸ ਵਿਦਿਆ ਨੂੰ ਜਾਣਦੇ ਆ, ਜਿਹੜੇ ਬ੍ਰਹਮ ਅਵਸਥਾ ਤੱਕ ਪਹੁੰਚ ਜਾਂਦੇ, ਉਹ ਸਰੀਰ ਦੇ ਵਿੱਚ ਕਈ ਵਾਰੀ ਸਵਾਸਾਂ ਨੂੰ ਬਾਹਰ ਨਹੀਂ ਕੱਢਦੇ। ਉਹ ਸਵਾਸ ਇੱਕ ਸੁਰਾਖ ਹੈ ਗਲ ਦੇ ਪਿਛਲੇ ਪਾਸੇ। ਇੱਕ ਸਰੀਰ ਦੇ ਵਿੱਚ 10ਵਾਂ ਦਰਵਾਜ਼ਾ ਹੈ। ਉਹ 10 ਦਰਵਾਜ਼ਿਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। 9 ਦਰਵਾਜ਼ੇ ਪ੍ਰਗਟ ਨੇ ਸਰੀਰ ਦੇ, ਇੱਕ 10ਵਾਂ ਗੁਪਤ ਹੈ। ਜਿਸ ਦਰਵਾਜ਼ੇ ਦੇ ਰਾਹੀਂ ਪਰਮੇਸ਼ਰ ਦੇ ਦਰਸ਼ਨ ਹੁੰਦੇ ਆ, ਉੱਥੇ ਕਮਾਈ ਵਾਲੇ ਪੁਰਸ਼ ਆਪਣੇ ਸਵਾਸਾਂ ਨੂੰ ਉਹਦੇ ਵਿੱਚ ਟਿਕਾ ਦਿੰਦੇ, ਆਪਣੀ ਜੀਵ ਆਤਮਾ ਕੱਢ ਕੇ ਲੈ ਜਾਂਦੇ। ਫਿਰ ਉਹ ਸਰੀਰ ਭਾਵੇਂ 4 ਯੁੱਗ ਪਿਆ ਰਹੇ ਤੇ ਮੁਸ਼ਕਦਾ ਨਹੀਂ ਆ। ਉਹਦਾ ਲਹੂ ਉੱਥੇ ਹੀ ਜੰਮ ਜਾਂਦਾ। ਪੁਰਾਤਨ ਕਥਾਵਾਂ ਬੜੀਆਂ ਨੇ। ਮਛੰਦਰ ਨਾਥ ਨੇ ਆਪਣਾ ਸਰੀਰ ਪਹਾੜ ਦੀ ਕੰਦਰ ਵਿੱਚ ਰੱਖ ਦਿੱਤਾ ਸੀ ਅਤੇ ਆਪਣੀ ਆਤਮਾ ਕੱਢ ਕੇ ਉਹ ਲਿਜਾ ਕੇ ਰਾਜਾ ਅਮਰੂ ਲੰਕਾ ਦਾ ਮਰ ਗਿਆ ਸੀ ਅਤੇ ਉਹਦੇ ਵਿੱਚ ਪ੍ਰਵੇਸ਼ ਕਰ ਗਿਆ ਸੀ। ਕਿਸੇ ਨੂੰ ਪਤਾ ਨਹੀਂ ਸੀ ਲੱਗਾ, ਪਰ ਗੋਰਖਨਾਥ ਨੂੰ ਪਤਾ ਸੀ ਇਸ ਗੱਲ ਦਾ। ਰਾਮ ਰਾਏ ਜੀ ਜਿਹੜੇ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਪੁੱਤਰ ਸਨ, ਉਹਨਾਂ ਦਾ ਵੀ ਇਸੇ ਤਰ੍ਹਾਂ ਉਹਨਾਂ ਦਾ ਵੀ ਸਰੀਰ ਇਸੇ ਤਰ੍ਹਾਂ ਵਿੱਚੋਂ ਕੱਢ ਕੇ ਕਿਸੇ ਸੇਵਾਦਾਰ ਦੇ ਕਾਰਜ ਵਾਸਤੇ ਗਏ ਹੋਏ ਸਨ। ਮਗਰੋਂ ਸੇਵਾਦਾਰਾਂ ਨੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਸੀ। ਸੰਤ ਬਾਬਾ ਹਰਨਾਮ ਸਿੰਘ ਜੀ ਪੁੱਛੋਂ ਵਾਲੇ, ਉਹਨਾਂ ਦਾ ਵੀ ਇਸੇ ਤਰ੍ਹਾਂ ਹੋਇਆ ਸੀ। ਉਹ ਆਪਣੀ ਜੀਵ ਆਤਮਾ ਕੱਢ ਕੇ ਲੈ ਗਏ ਅਤੇ ਸਵਾਸ ਆਪਣੇ 10ਵੇਂ ਦੁਆਰ ਦੇ ਵਿੱਚ ਟਿਕਾ ਗਏ। ਫਿਰ ਸਰੀਰ ਫਿਰ ਮੁਸ਼ਕਦਾ ਨਹੀਂ ਹੈ। ਜਦੋਂ ਸਰੀਰ ਵਿੱਚੋਂ ਹਵਾ ਨਿਕਲ ਜਾਂਦੀ, ਫਿਰ ਸਰੀਰ ਮੁਸ਼ਕ ਜਾਂਦਾ ਹੈ। ਤਾਂ ਹੀ ਗੁਰੂ ਨਾਨਕ ਤੇ ਮਹਾਰਾਜ ਨੇ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ, ਪਵਨ ਗੁਰੂ ਪਾਣੀ ਪਿਤਾ। ਜਿਹੜਾ ਗੁਰੂ ਹੈ ਸਰੀਰ ਸਾਰੀ ਸ੍ਰਿਸ਼ਟੀ ਦਾ, ਉਹ ਪਵਨ ਹੈ, ਹਵਾ ਹੈ। ਹਵਾ ਸਰੀਰ ਨਾਲੋਂ ਨਾਤਾ ਤੋੜ ਗਈ ਅਤੇ ਵਿੱਚੋਂ ਨਿਕਲ ਗਈ ਅਤੇ ਮੁਸ਼ਕ ਜਿਹਾ ਮਿੱਟੀ ਦੀ ਮਿੱਟੀ ਹੋ ਜਾਂਦੀ ਹੈ। ਉਹਦੇ ਵਿੱਚੋਂ ਇਹਨਾਂ ਦੇ ਵਿੱਚੋਂ ਜੀਵ ਆਤਮਾ ਨਿਕਲ ਕੇ ਕਿੱਥੇ ਗਈ ਹੈ? ਸਰੀਰ ਦਾ ਤਾਂ ਕਿਰਿਆ ਕਰਮ ਕਰ ਦਿੱਤਾ। ਜੀਵ ਆਤਮਾ ਕਿੱਥੇ ਗਈ ਪੁੱਛੋ ਜਾ ਕੇ, ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ। ਉਹ ਲਿਖਦੇ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆਂ ਅੱਗੇ ਮਿਲਣ ਕਿਨਾ। ਮਰਨਾ ਹਰੇਕ ਮਨੁੱਖ ਨਹੀਂ ਹੈ। ਕਹਿੰਦੇ ਸਿਆਣੇ ਪੁਰਸ਼ਾਂ ਨੂੰ ਪੁੱਛੋ ਵੀ ਅੱਗੇ ਜਾ ਕੇ ਜਿਹੜੀ ਜੀਵ ਆਤਮਾ ਕਿਹਨੂੰ ਮਿਲੇ। ਅਣਜਾਣ ਹੈ। ਤੁਸੀਂ ਅਣਜਾਣ ਸ਼ਹਿਰ ਵਿੱਚ ਚਲੇ ਜਾਓ, ਤੁਹਾਨੂੰ ਪਤਾ ਨਹੀਂ ਲੱਗਣਾ ਕਿਹਨੂੰ ਮਿਲਣਾ, ਕਿੱਥੇ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਿਆਣੇ ਪੁਰਸ਼ਾਂ ਨੂੰ ਪੁੱਛੋ ਵੀ ਅੱਗੇ ਜਾ ਕੇ ਕਿਹਨੂੰ ਮਿਲੀਏ। ਉਹ ਸਿਆਣੇ ਪੁਰਸ਼ਾਂ ਦੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਹੈ। ਇਹ ਨਹੀਂ ਕੋਈ ਦੁਨੀਆ ਵਿੱਚ ਸਿਆਣਾ। ਸਿਆਣੇ ਬੜੇ ਨੇ, ਸਮਾਜ ਵਿੱਚ ਵੀ ਸਿਆਣੇ ਨੇ, ਕਈ ਸਮਾਜ ਸੇਵੀ ਨੇ, ਕਈ ਹੋਰ ਦਇਆਵਾਨ ਪੁਰਖ ਨੇ, ਕਈ ਪੰਚਾਇਤਾਂ ਵਿੱਚ ਲੋਕਾਂ ਦਾ ਭਲਾ ਕਰਦੇ, ਉਹ ਸਿਆਣੇ ਨੇ। ਪਰ ਗੁਰੂ ਨੇ ਇਹ ਗੱਲ ਨਹੀਂ ਮੰਨੀ। ਗੁਰੂ ਨੇ ਇਹ ਗੱਲ ਮੰਨੀ ਹੈ, ਜਿਨ੍ਹਾਂ ਦੇ ਧਾਰਮਿਕ ਪੱਖ ਸਹੀ ਤਰੀਕੇ ਦੇ ਨਾਲ ਗੁਰੂ ਦੇ ਕਹੇ ਮੁਤਾਬਕ ਉਹਦੀ ਆਤਮਾ ਚੱਲਦੀ ਹੈ, ਉਹ ਪੁਰਖ ਸਿਆਣਾ ਹੈ। ਜਿਨ੍ਹਾਂ ਦੀ ਕੇਵਲ ਅਤੇ ਕੇਵਲ ਪ੍ਰਭੂ ਨਾਲ ਪ੍ਰੀਤੀ ਹੈ, ਉਹ ਸਿਆਣਾ। ਜਿਹਦੀ ਮਾੜੀ ਮੋਟੀ ਵੀ ਸੰਸਾਰ ਨਾਲ ਪ੍ਰੀਤੀ ਹੈ, ਧੀਆਂ ਪੁੱਤਾਂ ਨਾਲ, ਧਨ ਨਾਲ, ਦੌਲਤ ਨਾਲ, ਉਹ ਸਿਆਣੇ ਪੁਰਖਾਂ ਵਿੱਚ ਨਹੀਂ ਹੈ। ਗੁਰਖੀ ਮੱਤ ਤੂੰ ਲੈ ਇਆਣੇ,
ਭਗਤ ਬਿਨਾਂ ਬਹੁ ਡੂਬੇ ਸਿਆਣੇ। ਬੜੇ ਬੜੇ ਆਪਣੇ ਆਪ ਨੂੰ ਸਿਆਣੇ ਕਹਿਣ ਵਾਲੇ ਰੱਬ ਦੀ ਭਗਤੀ ਤੋਂ ਬਿਨਾਂ ਡੁੱਬਦੇ ਦੇਖੇ। ਤਾਂ ਸਤਿਗੁਰੂ ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਲਿਖਿਆ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ। ਇੱਕ ਹੁੰਦਾ ਸਿਆਣਾ, ਇੱਕ ਹੁੰਦਾ ਸੁਗੜ। ਸੁਗੜ ਹੁੰਦਾ ਜਿੱਦਾਂ ਗੁੱਡ ਬੈਟਰ ਬੈਸਟ, ਇਹ ਅਵਸਥਾ ਨੇ। ਸੁਗੜ ਹੈ ਬਹੁਤ ਜ਼ਿਆਦਾ ਸਿਆਣਾ ਹੈ, ਜਿਹਦੀ ਰੱਬ ਨਾਲ ਪ੍ਰੀਤੀ ਹੈ। ਇਸ ਕਰਕੇ ਜਿਸ ਦੀ ਪਰਮੇਸ਼ਰ ਨਾਲ ਪ੍ਰੀਤੀ ਹੈ ਉਹਦਾ ਕੀ ਹਾਲ ਹੈ, ਅੱਗੇ ਜਾ ਕੇ ਜਿਹਦੀ ਨਹੀਂ ਪ੍ਰੀਤੀ ਉਹਦਾ ਕੀ ਹਾਲ ਹੈ, ਉਹ ਆਤਮਾ ਕਿੱਥੇ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਗੱਲ ਦੱਸੀ ਹੈ। ਭਾਵੇਂ ਦੁਨੀਆ ਵਿੱਚ ਦੁਨੀਆਦਾਰ ਹੋਵੇ, ਕਈ ਰਾਜੇ ਇੱਦਾਂ ਦੇ ਵੀ ਹੋਏ ਆ ਜਿਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਸੀ। ਬੜੇ ਬੜੇ ਚੱਕਰਵਰਤੀ ਰਾਜੇ ਹੋਏ ਆ। ਐਸੇ ਵੀ ਰਾਜੇ ਹੋਏ ਆ ਜਿਨ੍ਹਾਂ ਨੇ ਵਰ ਮੰਗ ਲਏ ਸੀ, ਨਾ ਮੈਂ ਦਿਨ ਨੂੰ ਮਰਾਂ ਨਾ ਰਾਤ ਨੂੰ ਮਰਾਂ, ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਸ਼ਾਸਤਰ ਨਾ ਮਰਾਂ, ਮੈਂ 12 ਮਹੀਨਿਆਂ ਵਿੱਚ ਮਰਾਂ, ਨਾ 84 ਲੱਖ ਜੂਨ ਤੋਂ ਮਰਾਂ। ਉਹ ਵੀ ਚਲੇ ਗਏ। ਬੜੀਆਂ ਬੜੀਆਂ ਪਾਵਰਾਂ ਵਾਲੇ ਰਾਜੇ ਹੋਏ ਆ। ਪਰ ਇੱਥੇ ਜਾ ਕੇ ਅੱਗੇ ਜਾ ਕੇ ਆਤਮਾ ਕਿੱਥੇ, ਅੱਗੇ ਜਾ ਕੇ ਉਹਨੂੰ ਕੋਈ ਸਤਿਕਾਰ ਮਿਲਦਾ ਵੀ ਤੂੰ ਰਾਜਾ। ਅੱਗੇ ਜਾ ਕੇ ਗਰੀਬ ਆਦਮੀ ਦੀ ਨਰਾਦਰੀ ਕਰਦੇ ਆ ਵੀ ਤੇਰੇ ਕੋਲ ਧਨ ਨਹੀਂ ਸੀ ਜਾਂ ਤੈਨੂੰ ਪੁੱਛਦਾ ਨਹੀਂ ਸੀ ਕੋਈ ਵੀ। ਇਹ ਜਿਹੜੇ ਗ੍ਰੰਥ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਗੁਰੂ ਨੇ, ਸਾਰਿਆਂ ਦੇ ਸਾਂਝੇ ਗੁਰੂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਸਿੱਖਾਂ ਦਾ ਅਧਿਕਾਰ ਹੈ। ਅਧਿਕਾਰ ਸਾਰਿਆਂ ਵਰਨਾਂ ਦਾ ਹੈ, ਸਾਰੀਆਂ ਜਾਤਾਂ ਦਾ ਹੈ, ਸਾਰੇ ਧਰਮਾਂ ਦਾ। ਇਹਦੇ ਵਿੱਚ ਸਤਿਗੁਰੂ ਜੀ ਨੇ ਕਿਹਾ, ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਸਾਂਝੇ ਨੇ ਸਾਰਿਆਂ ਦੇ, ਇਹਨਾਂ ਵਿੱਚ ਸਾਂਝਾ ਗਿਆਨ ਹੈ ਹਰੇਕ ਪੁਰਖ ਦਾ। ਉਹਦੇ ਵਿੱਚ ਆਸਾ ਜੀ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਬਚਨ ਲਿਖਿਆ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਮਤ ਭੁਲੇਖਾ ਰਹਿ ਜਾਵੇ ਰਾਜਾ ਸਰੀਰ ਛੱਡ ਗਿਆ ਤੇ ਉਹ ਸਤਿਕਾਰ ਨਾ ਚਲੇ ਗਿਆ। ਉਹਦੇ ਗਲ ਵਿੱਚ ਸੰਗਲ ਪਾ ਕੇ ਧਰਮ ਰਾਜ ਦੇ ਪੇਸ਼ ਕਰਦੇ ਆ। ਅੱਗੇ ਕਰਨੀ ਕੀਰਤ ਵਾਚੀਏ ਵੈ ਲੇਖਾ ਕਰ ਸਮਝਾਇਆ। ਜਿਹਨੂੰ ਕਹਿੰਦੇ ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਦੂਰ, ਉਹਦਾ ਲੇਖਾ ਕਰਕੇ ਸਮਝਾ ਜਾਂਦੇ ਆ, ਤੇਰੇ ਚੰਗੇ ਕਰਮ ਹੈ, ਇਹ ਤੇਰੇ ਮਾੜੇ ਕਰਮ ਹੈ। ਚੰਗਿਆਂ ਦਾ ਉਹਨੂੰ ਚੰਗਾ ਫਲ ਭੁਗਤਾ ਦਿੰਦੇ, ਮਾੜੇ ਦਾ ਮਾੜਾ ਦੇ ਦਿੰਦੇ। ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ, ਮੈਂ ਇੱਥੇ ਕਰਮ ਕਰ ਗਿਆ, ਮੁੱਕ ਗਈ ਹੈ ਗੱਲ, ਸਰੀਰ ਛੁੱਟ ਗਿਆ, ਮੁੱਕ ਗਈ। ਨਹੀਂ, ਮੁੱਕਦੀ ਨਹੀਂ ਹੈ। ਜਿਸ ਜਨਮ ਵਿੱਚ ਨਹੀਂ ਭੋਗੀ ਗਈ ਤਾਂ ਅਗਲੇ ਜਨਮ ਦੇ ਵਿੱਚ ਕਾਗਜ਼ ਕੱਢ ਲੈਂਦੇ, ਪਿਛਲੀਆਂ ਜਨਮਾਂ ਦੇ ਕਾਗਜ਼ ਕੱਢ ਲੈਂਦੇ ਆ। ਬੜੀ ਪੁਰਾਤਨ ਕਥਾ ਨੇ, ਮੇਰੇ ਕੋਲ ਸਮਾਂ ਨਹੀਂ, ਮੈਂ ਬਹੁਤਾ ਨਹੀਂ ਲਾਉਣਾ, ਕਿਉਂਕਿ ਅੱਜ ਕੱਲ੍ਹ ਸਮਾਂ ਇੱਦਾਂ ਦਾ, ਬੈਠਣੇ ਵਾਲੇ ਬਹੁਤ ਤੰਗ ਹੁੰਦੇ ਆ, ਚੌਕੜੀ ਲੱਗਦੀ ਨਹੀਂ ਆ। ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਲਾਉਣਾ। ਜਿੰਨਾ ਕੁ ਤੁਸੀਂ ਸਮਾਂ ਬਖਸ਼ੋਗੇ, ਜਿੰਨਾ ਕੁ ਤੁਸੀਂ ਕਹੋਗੇ, ਮੈਂ ਉਨੇ ਨਾਲ ਮੈਂ ਫਤਿਹ ਬੁਲਾ ਦੇਣੀ। ਮੇਰਾ ਤਾਂ ਪਰਿਵਾਰ ਨਾਲ ਪ੍ਰੇਮ ਹੈ, ਇਸ ਕਰਕੇ ਮੈਂ ਆਇਆ ਗੁਰਮੁਖੋ। ਮੈਂ ਉੱਤੇ ਤਾਂ ਨਹੀਂ ਬੈਠਿਆ, ਆਪਣੇ ਅਸਥਾਨਾਂ ਦੀ ਭਾਵੇਂ ਨਿਹੰਗ ਸਿੰਘ ਜਥੇਬੰਦੀਆਂ, ਸਾਡੀਆਂ ਨਿਰਮਲ ਸੰਪਰਦਾਵਾਂ ਜਾਂ ਟਕਸਾਲਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੰਬੰਧਿਤ ਨੇ, ਪਰ ਸਾਡੀਆਂ ਆਪਣੀਆਂ ਆਪਣੇ ਜਥੇਬੰਦੀਆਂ ਸੰਪਰਦਾਵਾਂ ਦੀਆਂ ਵੱਖ-ਵੱਖ ਮਰਜ਼ਾਦਾ ਨੇ। ਇਸ ਕਰਕੇ ਅਸੀਂ ਦੂਸਰਿਆਂ ਅਸਥਾਨਾਂ 'ਤੇ, ਸਾਡੇ ਮਹਾਂਪੁਰਸ਼ਾਂ ਦਾ ਵਚਨ ਹੈ, ਅਸੀਂ ਦੂਸਰੇ ਅਸਥਾਨਾਂ 'ਤੇ ਜਾ ਕੇ ਮਰਜ਼ਾਦਾ ਵਿੱਚ ਦਖਲ ਨਹੀਂ ਕਦੀ ਦੇਈਦਾ। ਉਹਨਾਂ ਨੇ ਕਿਹਾ ਦਖਲ ਨਹੀਂ ਦੇਣਾ, ਕਿਉਂਕਿ ਨਿਹੰਗ ਸਿੰਘਾਂ ਦੀ ਆਪਣੀ ਮਰਜ਼ਾਦਾ ਹੈ, ਸਾਡੀ ਨਿਰਮਲਿਆਂ ਦੀ ਆਪਣੀ ਹੈ, ਉਦਾਸੀਆਂ ਦੀ ਆਪਣੀ ਹੈ। ਠੀਕ ਹੈ, ਸਾਰੇ ਪਰਮੇਸ਼ਰ ਦੇ ਪੰਥ ਨੇ, 10ਵੇਂ ਪਾਤਸ਼ਾਹ ਜੀ ਦੇ ਨੇ। ਇਸ ਕਰਕੇ ਮੈਂ ਤੁਹਾਡੇ ਨਾਲ ਥੋੜ੍ਹੇ ਬਚਨ, ਕਿਉਂਕਿ ਬਾਬਾ ਨਿਹਾਲ ਸਿੰਘ ਜੀ, ਉਹਨਾਂ ਨਾਲ ਸਾਡਾ ਪਿਆਰ ਹੈ, ਸਾਡੇ ਵੈਸੇ ਹੀ ਨੇੜੇ ਅਸਥਾਨ ਹੈ। ਇਸ ਜਥੇਬੰਦੀ ਦਾ ਸਾਡੇ ਮਹਾਂਪੁਰਸ਼ਾਂ ਨਾਲ ਵੈਸੇ ਵੀ ਜ਼ਿਆਦਾ ਹੀ ਪਿਆਰ ਰਿਹਾ। ਸੋ ਇਸ ਕਰਕੇ ਵੱਡਾ ਹੋਆ ਰਾਜਾ ਵੀ ਵੱਡਾ ਹੋਵੇ, ਉਹਦੇ ਵੀ ਗਲ ਵਿੱਚ ਸੰਗਲ ਪੈਂਦਾ, ਮਤ ਭੁਲੇਖਾ ਰਹਿ ਜਾਵੇ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਪੰਥ ਦੀ ਇੱਕ ਮਹਾਨ ਹਸਤੀ ਹੋਈ ਹੈ, ਜਿਨ੍ਹਾਂ ਦੀ ਦੇਣ ਹੈ ਦੁਨੀਆ ਦੇ ਵਿੱਚ ਜਿਹੜੇ ਲੰਗਰ ਲੱਗਦੇ ਆ। ਅੱਜ ਅਸਥਾਨਾਂ 'ਤੇ ਲੰਗਰ ਇੰਨੇ ਲੱਗਦੇ ਆ, ਇਹ ਬਾਬਾ ਜਵਾਲਾ ਸਿੰਘ ਸਾਹਿਬ ਜੀ ਦੀ ਦੇਣ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ 100 ਸਾਖੀ ਵਿੱਚ ਸਾਰਿਆਂ ਮਹਾਂਪੁਰਸ਼ਾਂ ਦੀਆਂ ਡਿਊਟੀਆਂ ਲਿਖੀਆਂ ਨੇ। ਇਹਦੀ ਇਹ ਡਿਊਟੀ ਹੈ, ਇਹਦੀ ਇਹ ਡਿਊਟੀ ਹੈ। ਉਹ ਸਾਡੇ ਅਸਥਾਨ 'ਤੇ ਸੀ, ਪਰ ਮੈਨੂੰ ਤਾਂ ਨਹੀਂ ਮਿਲ ਸਕੀ, ਪਰ ਮਹਾਂਪੁਰਸ਼ਾਂ ਨੇ ਦੱਸਿਆ ਤੇ ਉਹਦੇ ਵਿੱਚ ਸਾਰਿਆਂ ਮਹਾਂਪੁਰਸ਼ਾਂ ਦੀਆਂ ਡਿਊਟੀਆਂ ਲਿਖੀਆਂ ਸੀ, ਜਿਨ੍ਹਾਂ ਨੇ ਆ ਕੇ ਪੰਥ ਨੂੰ ਅੱਗੇ ਉਹਦੇ ਕਾਰਜ ਕਰਨੇ ਸਨ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਉਹਨਾਂ ਦਾ ਜ਼ਿਕਰ ਹੈ। ਉਹਨਾਂ ਨੇ ਸਿੱਧੀਆਂ ਧਾਰਨਾ ਵਿੱਚ ਕੀਰਤਨ ਸ਼ੁਰੂ ਕੀਤਾ, ਉਹਨਾਂ ਦੀ ਡਿਊਟੀ ਸੀ। ਉਹਦੇ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ,
ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਦੁਨੀਆ ਨੂੰ ਕਰਨੀ ਦੱਸੀ। ਔਰ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲਿਆਂ ਦੀ ਡਿਊਟੀ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖ ਗਏ ਕਿ ਲੰਗਰ ਦੀ ਮਰਜ਼ਾਦਾ ਕਾਇਮ ਕਰਨਗੇ। ਉਦੋਂ ਲੰਗਰ ਨਹੀਂ ਸੀ ਮਿਲਦੇ ਹੁੰਦੇ ਦੁਨੀਆ 'ਚ, ਮੇਲਿਆਂ 'ਤੇ ਲੰਗਰ ਨਹੀਂ ਸੀ ਮਿਲਦੇ। ਗੱਡੀਆਂ 'ਤੇ ਰਸਦਾਂ ਲਿਜਾ ਕੇ ਬਾਬਾ ਜਵਾਲਾ ਸਿੰਘ ਜੀ ਲੰਗਰ ਲਾਉਂਦੇ ਹੁੰਦੇ ਸਨ। ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਨਨਕਾਣਾ ਸਾਹਿਬ, ਤਰਨ ਤਾਰਨ ਸਾਰੀਆਂ ਜਗ੍ਹਾ 'ਤੇ ਲੰਗਰ ਲਾਉਂਦੇ ਸਨ। ਉਹਨਾਂ ਮਹਾਂਪੁਰਸ਼ਾਂ ਨੂੰ ਇੱਕ ਵਾਰ ਕਿਸੇ ਨੇ ਸਵਾਲ ਕੀਤਾ ਸੀ, ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਇੱਕ ਬੇਨਤੀ ਆ, ਕਿਉਂਕਿ ਮਹਾਂਪੁਰਸ਼ ਆਉਂਦੇ ਸੰਸੇ ਹੱਲ ਕਰਨ। ਸੰਸਾਰ ਜੀਵਾਂ ਦੇ ਅੰਦਰ ਸੰਸੇ ਹੈ। ਸੰਸਾ ਉਹਨੂੰ ਕਹਿੰਦੇ ਆ ਜਦੋਂ ਤੁਰੇ ਜਾਂਦੇ ਪਾਣੀ ਵਿੱਚ ਡੱਖਾ ਖੜ ਜਾਵੇ ਅਤੇ ਗੰਦਗੀ ਰੁਕ ਜਾਂਦੀ ਆ, ਉੱਥੇ ਜਾਲਾ ਪੈ ਜਾਂਦਾ। ਸੰਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿੱਤ ਲਾਏ। ਉਹ ਸੰਸੇ ਨੂੰ ਖਤਮ ਕਰਨ ਵਾਸਤੇ ਹੀ ਮਹਾਤਮਾ ਆਉਂਦੇ ਆ। ਜੀਵ ਸੰਸਿਆਂ ਦਾ ਭਰਿਆ ਹੋਇਆ, ਇਹ ਨਹੀਂ ਚੰਗਾ, ਉਹ ਨਹੀਂ ਚੰਗਾ, ਆਹ ਨਹੀਂ ਚੰਗਾ। ਕੱਟੜਤਾਈ ਨਾਲ ਸਾਰੇ ਧਰਮ ਭਰੇ ਪਏ ਆ। ਜਿਹੜੀ ਕੱਟੜਤਾਈ ਜਿੰਨਾ ਚਿਰ ਖਤਮ ਨਹੀਂ ਹੁੰਦੀ ਤਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ ਜਾਂ ਸਾਰਿਆਂ ਧਰਮਾਂ ਨੂੰ ਪੁੱਛ ਲਓ, ਜਿੰਨਾ ਚਿਰ ਮਨੁੱਖ ਦਾ ਮਨ ਦਇਆ 'ਚ ਨਹੀਂ ਆਉਂਦਾ ਉਨਾ ਚਿਰ ਕਦੀ ਪ੍ਰਾਪਤੀ ਨਹੀਂ ਹੁੰਦੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਵੀ ਗੌਰਮੈਂਟ ਦੀ ਚੋਰੀ ਕਰ ਲਈਏ ਜੀ? ਕਿਸੇ ਦੀ ਚੋਰੀ ਤਾਂ ਗੁਰੂਆਂ ਪੀਰਾਂ ਨੇ ਗ੍ਰੰਥਾਂ ਨੇ ਕਿਹਾ ਕਿਸੇ ਦੀ ਹੱਕ ਨਹੀਂ ਖਾਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਚਨ ਕਰਦੇ ਆ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਹੁੰਦਾ ਜਿਹੜਾ ਅੰਮ੍ਰਿਤਧਾਰੀ ਹੈ ਉਹਦੇ ਵਾਸਤੇ ਤਾਂ ਵੈਸੇ ਹੀ ਗਿਆਨ ਹੈ। ਗਿਆਨ ਵੈਸੇ ਸਾਰਿਆਂ ਲਈ ਸਾਂਝਾ ਹੀ ਹੈ। ਗੀਤਾ ਵਿੱਚ ਵੀ, ਰਾਮਾਇਣ ਵਿੱਚ ਵੀ, ਬਾਈਬਲ ਵਿੱਚ ਵੀ, ਕੁਰਾਨ ਸ਼ਰੀਫ ਵਿੱਚ ਵੀ। ਸੱਚ ਤਾਂ ਸੱਚ ਹੈ, ਸੱਚ ਸਾਰਿਆਂ ਧਰਮਾਂ 'ਚ ਹੈ। ਕੋਈ ਧਰਮ ਕਹਿੰਦਾ ਝੂਠ ਬੋਲੋ, ਕੋਈ ਧਰਮ ਨਹੀਂ ਕਹਿੰਦਾ ਕਿਸੇ ਦਾ ਹੱਕ ਖਾਓ, ਕੋਈ ਧਰਮ ਨਹੀਂ ਕਹਿੰਦਾ ਕਿਸੇ ਦੀ ਨਿੰਦਿਆ ਚੁਗਲੀ ਕਰੋ, ਕੋਈ ਧਰਮ ਨਹੀਂ ਕਹਿੰਦਾ ਕਿਸੇ ਨੂੰ ਮਾੜਾ ਬੋਲੋ। ਸਾਰਿਆਂ ਦੀਆਂ ਗੱਲਾਂ ਗਿਆਨ ਰਲਦਾ ਹੀ ਹੈ। ਕਹਿਣ ਲੱਗਾ ਮਹਾਰਾਜ ਗ੍ਰੰਥ ਕਹਿੰਦੇ ਆ ਕਿਸੇ ਦੀ ਚੋਰੀ ਨਹੀਂ ਕਰਨੀ ਚਾਹੀਦੀ। ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮਹਾਰਾਜ ਵੀ ਮੁਸਲਮਾਨ ਜੇ ਕਿਸੇ ਦਾ ਹੱਕ ਖਾਂਦਾ ਤਾਂ ਸੂਰ ਨੂੰ ਖਾ ਗਿਆ, ਜੇ ਹਿੰਦੂ ਕਿਸੇ ਦਾ ਹੱਕ ਖਾ ਗਿਆ ਤਾਂ ਗਾਂ ਨੂੰ ਖਾ ਗਿਆ। ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰਾ ਉਹ ਸਿੱਖ ਨਹੀਂ ਹੈ ਜਿਹੜਾ ਕਿਸੇ ਦਾ ਹੱਕ ਖਾਂਦਾ, ਭਾਵੇਂ ਅੰਮ੍ਰਿਤਧਾਰੀ ਹੋਵੇ, 5 ਬਾਣੀਆਂ ਪੜ੍ਹਦਾ ਹੋਵੇ, ਕਿਸੇ ਦਾ ਹੱਕ ਮੂੰਹ 'ਤੇ ਰੱਖ ਗਿਆ, ਗੁਰੂ ਕਹਿੰਦਾ ਮੇਰਾ ਸਿੱਖ ਨਹੀਂ ਹੈ। ਭੇਖ ਹੀ ਹੈ ਇਹ। ਕਹਿੰਦੇ ਮਹਾਰਾਜ ਗੌਰਮੈਂਟ ਦੀ ਚੋਰੀ ਕਰ ਲਈਏ ਜੀ? ਚਲੋ ਕਿਸੇ ਦੀ ਤਾਂ ਚੋਰੀ ਛੱਡੋ, ਗੌਰਮੈਂਟ ਦੀ ਕਰ ਲਈਏ। ਮਹਾਂਪੁਰਸ਼ਾਂ ਨੇ ਸਵਾਲ ਦਾ ਜਵਾਬ ਦਿੱਤਾ ਇੱਕ, ਕਹਿੰਦੇ ਜੇ ਗੌਰਮੈਂਟ ਦੀ ਚੋਰੀ ਕਰਨੀ, ਮੇਰੀ ਗੱਲ ਇੱਕ ਚੇਤੇ ਰੱਖ ਲਈ। ਚੇਤੇ ਗੱਲ ਇਹ ਰੱਖ ਲਈ ਕਿ ਜਿਹੜੇ ਸੜਕਾਂ ਦੇ ਕੰਢੇ ਜਿੰਨੇ ਦਰੱਖਤ ਖੜ੍ਹੇ ਆ ਜਾਂ ਜਿੰਨੇ ਜੰਗਲ ਵਿੱਚ ਦਰੱਖਤ ਖੜ੍ਹੇ ਆ, ਸਾਰੇ ਗੌਰਮੈਂਟ ਦੇ ਚੋਰ ਖੜ੍ਹੇ ਆ। ਇਹਨਾਂ ਨੂੰ ਦਰੱਖਤ ਦੀ ਜ਼ੋਨ ਮਿਲੀ ਆ। ਇਹ ਹੁਣ ਆਪਣੀ ਸਰੀਰ ਵੇਚ ਕੇ ਗੌਰਮੈਂਟ ਦਾ ਘਰ ਪੂਰਾ ਕਰਨਗੇ। ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ, ਪੱਥਰ ਦੀ ਜ਼ੋਨ ਵੀ ਮਿਲਦੀ ਹੈ, ਦਰੱਖਤ ਦੀ ਜ਼ੋਨ ਵੀ ਮਿਲਦੀ ਹੈ। ਕਈ ਕੋਟ ਪਾਥਰ ਬਿਰਖ ਨਿਪ ਜਾਏ, 5ਵੇਂ ਪਾਤਸ਼ਾਹ ਜੀ ਨੇ ਲਿਖਿਆ। ਅਹਲਿਆ ਪੱਥਰ ਬਣ ਗਈ ਸੀ, ਕਿੰਨਾ ਯੁੱਗ ਪਈ ਰਹੀ ਉਹ ਵਿਚਾਰੀ, ਰਾਮ ਜੀ ਮਹਾਰਾਜ ਨੇ ਚਰਨ ਰੱਖਿਆ ਤਾਂ ਅਹਲਿਆ ਕਿਸੇ ਕੰਢੇ ਲੱਗੀ। ਸਭ ਤੋਂ ਪਹਿਲਾਂ ਚੰਗਿਆਈਆਂ ਬੁਰਾਈਆਂ ਬਾਚੇ ਧਰਮ ਹਦੂਰ। ਮਨੁੱਖ ਨੇ ਸੋਚਣਾ ਕਿ ਮੈਂ ਅਗਲਾ ਜਨਮ ਕਿਹੜਾ ਲੈਣਾ, ਇਹਦੀ ਮਨ ਦੀ ਸੋਚ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਤਾਂ ਤੇਰੀ ਸੋਚ ਚਲੀ ਗਈ ਧਨ ਵੱਲ ਨੂੰ, ਚਾਹੇ ਕੋਈ ਸੰਤ ਹੈ ਧਾਰਮਿਕ ਪੱਖ ਵਿੱਚ ਹੈ, ਚਾਹੇ ਧਾਰਮਿਕ ਪੱਖ ਨਹੀਂ, ਚਾਹੇ ਸੰਸਾਰੀ ਹੈ, ਚਾਹੇ ਗ੍ਰਸਤੀ ਹੈ, ਜਿਹਦੀ ਹਰ ਇੱਕ ਬੰਦੇ ਦੀ ਧਨ ਵਿੱਚ ਸੋਚ ਹੈ, ਜੇ ਅੰਤ ਸਮੇਂ ਵੀ ਉਹ ਸੋਚ, ਕਿਉਂਕਿ ਜਿਹਦੀ ਸੋਚ ਸਦਾ ਰਹਿੰਦੀ ਉਹ ਅੰਤ ਸਮੇਂ ਵੀ ਉਹੀ ਰਹਿ ਜਾਂਦੀ ਹੈ। ਧਨ ਵਿੱਚ ਸੋਚ ਚਲੀ ਗਈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਤੈਨੂੰ ਸੱਪ ਦੀ ਜੂਨ ਅਗਲੀ ਮਿਲਣੀ ਆ, ਮਤ ਭੁਲੇਖਾ ਰਹਿ ਜਾਵੇ। ਅੰਤ ਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਔਤਰੇ। ਸੱਪ ਦੀ ਜੂਨ ਕਿਸੇ ਨੇ ਬੈਰ ਕਰਕੇ ਥੋੜ੍ਹੋ ਦੇਤੀ ਸੱਪ ਨੂੰ, ਉਹ ਬੰਦੇ ਨੇ ਮੰਗ ਲਈ ਮੈਂ ਸੱਪ ਦੀ ਜੂਨ ਲੈਣੀ ਆ, ਉਹ ਤਾਂ ਧਨ ਨੂੰ ਧਿਆਈ ਗਿਆ, ਧਨ ਨੂੰ ਜਪੀ ਗਿਆ, ਸੱਪ ਬਣ ਗਿਆ ਉਹ। ਲੋਕ ਉਹਨੂੰ ਮਾਰਨ ਨੂੰ ਫਿਰਦੇ ਆ, ਉਹਦੀ ਜ਼ਹਿਰ ਨਾਲ ਉਹ ਹਰ ਵੇਲੇ ਔਖਾ ਹੋਇਆ। ਸਭ ਤੋਂ ਮਾੜੀ ਜੂਨ ਸੱਪ ਦੀ ਲਿਖੀ ਹੈ। ਕਾਂ, ਕੁੱਤੇ, ਗਧੇ, ਸੱਪ ਅਤੇ ਸੂਰ, ਇਹ 5 ਜੂਨਾਂ ਸਭ ਤੋਂ ਭੈੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ। ਗੁਰਮਾਂਤਰ ਹੀਣਸ ਜੋ ਪ੍ਰਾਣੀ, ਤਰਗੰਤ ਜਨਮ ਭਰਸਟਣ ਹੈ,
ਕੂਕਰ ਹੈ, ਸੂਕਰ ਹੈ, ਗਰਦਵ ਹੈ, ਕਾਕ ਹੈ, ਸਰਪ ਨੇ, ਤੁਲ ਖਲ ਹੈ। ਇਹਨਾਂ ਜੂਨਾਂ ਦੇ ਬਰਾਬਰ ਹੈ ਗੁਰੂ ਦੇ ਮੰਤਰ ਤੋਂ ਹੀਣੇ ਪੁਰਸ਼ ਜਿਹੜੇ ਨੇ। ਫਿਰ ਉਹ ਦੂਜੀ ਪੰਕਤੀ ਲਿਖਦੇ ਆ, ਕਈਆਂ ਦਾ ਧੀਆਂ ਪੁੱਤਾਂ ਨਾਲ ਬਹੁਤ ਪਿਆਰ ਹੈ, ਉਹਦੇ ਵਿੱਚ ਹੀ ਹਰ ਵੇਲੇ ਇੰਨੇ ਖੁੱਭ ਜਾਂਦੇ ਕਿ ਉਹਨਾਂ ਨੂੰ ਸੋਚ ਹੀ ਨਹੀਂ ਪਈ ਗਾਹਾਂ ਵੀ ਕਿਤੇ ਅਸੀਂ ਜਾਣਾ। ਅੰਤ ਕਾਲ ਜੇ ਧੀਆਂ ਪੁੱਤਾਂ ਨੂੰ ਆਵਾਜ਼ ਮਾਰਦਿਆਂ ਸਰੀਰ ਛੁੱਟ ਗਿਆ ਪਿਆਰ ਵਿੱਚ। ਗੁਰੂ ਗ੍ਰੰਥ ਸਾਹਿਬ ਕਹਿੰਦੇ ਅਗਲਾ ਜਨਮ ਤੈਨੂੰ ਸੂਰ ਦਾ ਮਿਲਣਾ ਹੈ। ਸੂਰ ਦੇਖ ਲਓ ਘੁੰਮਦੇ ਫਿਰਦੇ। ਮੱਤ ਭੁਲੇਖਾ ਝੂਠੀ ਗੱਲ ਨਾ ਮੰਨਿਓ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬਚਨ ਸੱਚ ਹੈ। ਅੱਜ ਤਾਈਂ ਕੋਈ ਇਹਨੂੰ ਝੂਠ ਸਾਬਤ ਕਰਨ ਦਾ ਕੋਸ਼ਿਸ਼ ਜੇ ਕੀਤੀ ਵੀ ਤਾਂ ਹੋ ਨਹੀਂ ਸਕਿਆ। ਬੜੀ ਦੁਨੀਆ ਕੋਸ਼ਿਸ਼ ਕਰ ਰਹੀ ਸੀ ਪਰ ਨਹੀਂ ਹੋ ਸਕਿਆ। ਉਹਨੂੰ ਅਗਲਾ ਜਨਮ ਸੂਰ ਦਾ ਮਿਲਣਾ। ਅੱਗੇ ਗੱਲ ਕੀਤੀ ਹੈ ਜੇ ਇਸਤਰੀ ਬੰਦੇ ਨੂੰ ਬਾਜਾਂ ਮਾਰਦਿਆਂ ਸਰੀਰ ਛੁੱਟ ਗਿਆ, ਉਹਨੂੰ ਬਾਜਾਂ ਮਾਰਦੀ ਹੈ, ਜਾਂ ਬੰਦੇ ਦਾ ਇਸਤਰੀ ਨੂੰ ਬਾਜਾਂ ਮਾਰਦਿਆਂ ਸਰੀਰ ਛੁੱਟ ਗਿਆ, ਅਗਲਾ ਜਨਮ ਬੇਸਵਾ ਦਾ ਮਿਲੇਗਾ। ਅੰਤ ਕਾਲ ਜੇ ਇਸਤਰੀ ਸਿਮਰੈ, ਬੇਸਵਾ ਜੋਨ ਬਲ ਬਲ ਔਤਰੇ। ਬੇਸਵਾ ਜੋਨੀ ਮਿਲ ਜਾਓ। ਅੰਤ ਕਾਲ ਜੇ ਮੰਦਰ ਸਿਮਰੈ, ਦੁਆਬੇ ਵਿੱਚ ਨਿਗਾਹ ਮਾਰੋ, ਵੱਡੇ ਵੱਡੇ ਮਹੱਲ ਹੈ। ਇੱਦਾਂ ਦੇ ਮਹੱਲ ਬਾਹਰਲਿਆਂ ਮੁਲਕਾਂ ਵਿੱਚ ਵੀ ਨਹੀਂ ਇੱਦਾਂ ਦੀਆਂ ਕੋਠੀਆਂ। ਜਿੱਥੇ ਵੱਡੀ ਕੋਠੀ ਹੈ ਉੱਥੇ ਬੰਦਾ ਕੋਈ ਨਹੀਂ ਹੈ। ਜਿੱਥੇ ਕੋਠੀ ਹੈ ਨਹੀਂ ਉੱਥੇ ਬੰਦਾ ਬੈਠਾ, ਉੱਥੇ ਚਾਰ ਸਰੀਰ ਬੈਠੇ ਆ। ਉਹਨੂੰ ਮਕਾਨਾਂ ਨੂੰ ਬਣਾਉਂਦਿਆਂ ਜ਼ਿੰਦਗੀ ਬੀਤ ਗਈ। ਕਈ ਤਾਂ ਬਣਾ ਕੇ ਚਲੇ ਗਏ, ਕਈ ਵਿੱਚੇ ਛੱਡ ਕੇ ਚਲੇ ਗਏ। ਫਰੀਦਾ ਇਹ ਵਿਸ ਗੰਦਲਾਂ ਭਰੀਆਂ ਧਰੀਆਂ ਖੰਡ ਲਵਾੜ। ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਇੱਕ ਨਾਲ ਦੀ ਵਿੱਚੇ ਇੱਛਾ ਰਹਿ ਗਈ, ਵਿੱਚੇ ਉਜਾੜ ਕੇ ਛੱਡ ਗਏ। ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ, ਇੱਕ ਉਜਾੜ ਕੇ ਬਣੀਆਂ ਛੱਡ ਕੇ ਚਲੇ ਗਏ। ਜ਼ਹਿਰ ਗੰਦਲਾਂ ਦੇ ਉੱਤੇ ਲਾ ਕੇ ਰੱਖੀ ਹੋਈ ਸੀ, ਮਨੁੱਖ ਨੇ ਮਿੱਠੀ ਸਮਝੀ ਪਰ ਉਹ ਸੀ ਜ਼ਹਿਰ। ਤਾਂ ਉਹ ਉੱਥੇ ਫਿਰ ਕਹਿੰਦੇ ਜੇ ਤੇਰੀ ਰੂਹ ਆਪਣੇ ਮਕਾਨ ਕੋਠੀ ਵਿੱਚ ਚਲੀ ਗਈ ਤਾਂ ਅਗਲਾ ਜਨਮ ਤੈਨੂੰ ਪ੍ਰੇਤ ਦਾ ਮਿਲਣਾ। ਪ੍ਰੇਤ ਜੋਨ ਬਲ ਬਲ ਔਤਰੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ, ਔਰੰਗਜ਼ੇਬ ਨੇ ਮੰਤਰੀਆਂ ਨਾਲ ਸਲਾਹ ਕੀਤੀ ਕਿੱਥੇ ਅਤਾਰਾ ਕਰੀਏ। ਉਹਨੇ ਕਿਹਾ ਜੀ ਇੱਕ ਕੋਠੀ ਵਿੱਚ ਇੱਕ ਪ੍ਰੇਤ ਰਹਿੰਦਾ, ਉਹ ਕਿਸੇ ਨੂੰ ਉੱਥੇ ਜੀਂਦਾ ਨਹੀਂ ਛੱਡਦਾ, ਇਹਨਾਂ ਨੂੰ ਉੱਥੇ ਵਾਸਾ ਕਰਾ ਦਿਓ। ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਕੋਠੀ ਵਿੱਚ ਗਏ। ਪ੍ਰੇਤ ਨੇ ਆ ਕੇ ਆਪਣੇ ਧਨ ਭਾਗ ਸਮਝੇ, ਨਮਸਕਾਰ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਨਮਸਕਾਰ ਕਰਕੇ ਬੇਨਤੀ ਕੀਤੀ। ਸਾਹਿਬਾਂ ਨੇ ਪੁੱਛਿਆ, ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਿਹਾ ਭਾਈ ਤੈਨੂੰ ਜੂਨ ਕਿੱਦਾਂ ਮਿਲੀ ਹੈ? ਉਹਨੇ ਦੱਸਿਆ ਜੀ ਇਹ ਮਕਾਨ ਮੇਰਾ ਤਾਂ ਨਹੀਂ ਸੀ, ਕਿਸੇ ਦਾ ਸੀ। ਮੈਂ ਹੇਰਾ ਫੇਰੀ ਕਰਕੇ ਮਕਾਨ ਉਹ ਤੋਂ ਲੈ ਲਿਆ। ਉਹਦੇ ਵਿੱਚ ਮੈਨੂੰ ਇਹ ਸਜ਼ਾ ਮਿਲੀ ਹੈ, ਮੈਨੂੰ ਪ੍ਰੇਤ ਬਣ ਕੇ ਇਹਦੇ ਵਿੱਚ ਮੈਂ ਰਹਿਣਾ। ਸਾਹਿਬ ਕਹਿਣ ਲੱਗੇ ਤੇਰਾ ਸਰੂਪ ਕੀ ਹੈ? ਸਰੂਪ ਪਰਮੇਸ਼ਰ ਤਾਂ ਜਾਣਦਾ ਹੀ ਹੈ। ਉਹਨਾਂ ਨੂੰ ਸਾਨੂੰ ਗੱਲ ਸਮਝਾਉਣ ਵਾਸਤੇ ਇਹ ਗੱਲ ਲਿਖੀ। ਉਹ ਕਹਿੰਦਾ ਜੀ ਸੂਈ ਦੇ ਨੱਕੇ ਜਿੰਨਾ ਮੇਰਾ ਮੁੱਖ ਹੈ, ਸਵਾ ਮਣ ਦੀ ਮੇਰੀ ਭੁੱਖ ਹੈ। ਸਾਡੀ ਤ੍ਰਿਪਤੀ ਨਹੀਂ ਹੁੰਦੀ, ਅਸੀਂ ਦੁਖੀ ਬੜੇ ਆ। ਉਹਨੂੰ ਪ੍ਰੇਤ ਦੀ ਜੋਨੀ ਮਿਲਣੀ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਬਦਿਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕੈ ਹਿਰਦੈ ਵਸੇ। ਅੰਤ ਕਾਲ ਤਾਂ ਉਹੀ ਪਰ ਨਾਰਾਇਣ ਨੂੰ ਸਿਮਰੂਗਾ ਜਿਹੜਾ ਹੁਣ ਵੀ ਸਿਮਰੂਗਾ। ਉਸ ਵੇਲੇ ਨੂੰ ਚੇਤਾ ਰੱਖਣ ਵਾਸਤੇ ਰੋਜ਼ ਦਾ ਨਿਤਨੇਮ ਕਰੀਦਾ ਵੀ ਅੰਤ ਵੇਲੇ ਚੇਤਾ ਨਾ ਭੁੱਲ ਜਾਵੇ। ਕਈ ਵਾਰੀ ਮਨੁੱਖ ਦੀ ਬੁੱਧੀ ਥੋੜ੍ਹੀ ਹੁੰਦੀ ਆ, ਮਾਤਾ ਪਿਤਾ ਕਹਿੰਦੇ ਬੋਲਦਾ ਚੱਲ ਜਾ ਬਾਜ਼ਾਰ ਨੂੰ ਤੇ ਤੈਨੂੰ ਚੇਤਾ ਰਹਿ ਜਾਊਗਾ। ਉਹ ਜਦ ਬਾਰ-ਬਾਰ ਰਟਨ ਕਰਨਾ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਅੰਤ ਸਮੇਂ ਤੇ ਚੇਤਾ ਨਾ ਭੁੱਲ ਜਾਵੇ। ਸੋ ਗੁਰਮੁਖੋ, ਜਦੋਂ ਵੀ ਜਾਂ ਕੋਈ ਧਾਰਮਿਕ ਪੱਖ, ਹੁਣ ਤਾਂ ਚਲੋ ਸਮਾਂ ਬਰਾਗ ਦਾ ਹੈ, ਕਈ ਵਾਰੀ ਵਿਆਹ ਦਾ ਸਮਾਂ ਵੀ ਹੁੰਦਾ। ਗਿਆਨ ਦੀ ਗੱਲ ਗਿਆਨ ਦੀ ਹੈ, ਉਹ ਤੁਸੀਂ ਕਦੋਂ ਵੀ ਪ੍ਰਾਪਤ ਕਰ ਲਓ। ਗਿਆਨ ਤਾਂ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਬੈਠਾ ਗਿਆਨ ਦੀ ਗੱਲ ਹੈ। ਸੋ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ। ਬਾਬਾ ਫਰੀਦ ਸਾਹਿਬ ਜੀ ਨੇ ਕੁਝ ਗੱਲਾਂ ਆ ਜਿਹੜੀਆਂ ਸਮਾਜ ਵਿੱਚ ਕਈ ਲੋਕਾਂ ਨੂੰ ਪਤਾ ਨਹੀਂ ਹੈ, ਅਣਜਾਣ ਪੁਣੇ ਵਿੱਚ ਚੱਲ ਜਾਂਦੇ ਹੈ। ਮਹਾਤਮਾ ਲੋਕਾਂ ਦੀ ਸੰਗਤ ਤੋਂ ਬਿਨਾਂ ਮਨੁੱਖ ਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ। ਮੱਤ ਭੁਲੇਖਾ ਰਹਿ ਜਾਵੇ ਮੈਂ ਮਾਸਟਰ ਤੋਂ ਬਿਨਾਂ ਪੜ੍ਹਾਈ ਕਰਕੇ ਮੈਂ ਅਫਸਰ ਬਣ ਜਾਊਂਗਾ, ਭੁਲੇਖਾ ਗਵਾ ਦਿਓ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਦੇਖੋ, ਬਿਨਾਂ ਸਾਧ ਨਾ ਸਜਤੇ। ਜਿਹੜਾ ਧਾਰਮਿਕ ਪੱਖ ਵਿੱਚ ਪ੍ਰਵੀਨ ਹੈ ਉਹਦੀ ਸੰਗਤ ਕਰੋਗੇ, ਧਾਰਮਿਕ ਪੱਖ ਵਿੱਚ ਆਪ ਪ੍ਰਵੀਨ ਹੋ ਜਾਓਗੇ। ਰਾਗ ਵਿਦਿਆ ਦਾ ਪ੍ਰਵੀਨ ਹੈ, ਉਹਦੀ ਸੰਗਤ ਤੋਂ ਬਿਨਾਂ ਰਾਗ ਵਿਦਿਆ 'ਚ ਹੋ ਜਾਓਗੇ। ਕੋਈ ਕਿਸੇ ਕਲਾ ਦੇ ਵਿੱਚ ਕੋਈ ਕਲਾਵਾਨ ਪੁਰਖ ਹੈ, ਉਹਦੀ ਸੰਗਤ ਕਰੋਗੇ ਉਹ ਕੁਛ ਮਿਲ ਜੂਗਾ। ਮੂਰਖ ਦੀ ਸੰਗਤ ਕਰ ਲਓਗੇ, ਮੂਰਖ ਬਣ ਜਾਓਗੇ। ਜਿਹਦੇ ਕੋਲ ਵੀ ਕੋਈ ਕਲਾ ਹੈ ਉਹਦੀ ਸੰਗਤ ਜਦੋਂ ਕਰੋਗੇ ਉਹਦੇ ਵਾਲੇ ਗੁਣ ਤੁਹਾਡੇ ਵਿੱਚ ਪ੍ਰਵੇਸ਼ ਕਰ ਜਾਣਗੇ।
ਜਿਹੜੇ ਮਹਾਤਮਾ ਪੁਰਖ ਹੈ ਉਹਨਾਂ ਦੀ ਸੰਗਤ ਵਿੱਚੋਂ ਇਹ ਗੱਲ ਮਿਲਦੀ ਹੈ। ਤੇ ਬਾਬਾ ਫਰੀਦ ਸਾਹਿਬ ਨੇ ਬਚਨ ਲਿਖਿਆ, ਕਹਿੰਦਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ 3.5 ਮਣ ਦੇਹੁਰੀ ਚੱਲੇ ਪਾਣੀ ਅੰਨ। 3.5 ਮਣ ਦੀ ਦੇਹਰੀ ਅਗੇ ਕੱਚੇ ਮਣ ਸੀ, 16 ਸੇਰ ਦਾ ਮਣ ਗਿਣਦੇ ਸੀ। 3.5 ਮਣ ਦੇਹੁਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬਨ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਏ ਆਏ ਕੰਮ। ਇਹ ਸ਼ੇਖ ਫਰੀਦ ਸਾਹਿਬ ਨੇ ਗੱਲ ਮੰਨੀ ਆ ਕਿ ਜਿਹੜੇ ਇੱਥੇ ਅਮਲ ਕਰੂੰਗੇ ਦਰਗਾਹ 'ਚ ਕੰਮ ਆਉਣਗੇ। ਬਾਕੀ ਮੁਸਲਮਾਨ ਇਸ ਗੱਲ ਨੂੰ ਮੰਨਦੇ ਨਹੀਂ ਆ। ਉਹ ਕਹਿੰਦੇ ਮਰ ਗਿਆ ਠੀਕ ਹੈ, ਬਸ ਇਹ ਉੱਠ ਖੜਨਗੇ ਸਮੇਂ ਮੁਤਾਬਕ। ਸ਼ੇਖ ਫਰੀਦ ਸਾਹਿਬ ਨੇ ਕਿਹਾ ਦਰਗਾਹ ਵਿੱਚ ਤੇਰੇ ਚੰਗੇ ਕੰਮ, ਦਰਗਾਹ ਵਿੱਚ ਤੇਰੇ ਕੰਮ ਆਉਣਗੇ। ਚੇਤਾ ਰੱਖਿਓ, ਬੜੀ ਕੋਸ਼ਿਸ਼ ਕਰਦਾ ਬੰਦਾ ਮੈਂ ਨਾ ਹੀ ਜਾਵਾਂ ਇੱਥੋਂ। ਡਾਕਟਰ ਵੀ ਜ਼ੋਰ ਲਾਉਂਦੇ ਆ, ਹੱਥਾਂ ਦੇ ਵਿੱਚ ਨਬਜ਼ਾਂ ਫੜੀਆਂ ਰਹਿ ਜਾਂਦੀਆਂ। ਫਰੀਦ ਸਾਹਿਬ ਨੇ ਗੱਲ ਇਹ ਵੀ ਲਿਖੀ ਹੈ, ਫਰੀਦਾ 2 ਦੀਵੀ ਬਲੰਦੀਆਂ ਮਲਕ ਬਹਿਠਾ ਆਏ। 2 ਅੱਖਾਂ ਦੇ ਬੰਦਾ ਜਾਗਦਾ ਹੋਵੇ, ਚੋਰ ਚਕਾਰ ਨੂੰ ਨੇੜੇ ਟੋਕਣ ਨਹੀਂ ਦਿੰਦਾ, ਨਾ ਆਪਣੀ ਘਰ ਦੀ ਕੋਈ ਚੀਜ਼ ਚੱਕਣ ਦਿੰਦਾ। ਕਹਿੰਦੇ ਜਦੋਂ ਮਾਲਕ ਆ ਜਾਵੇ ਤਾਂ ਇਹਦੇ ਜਾਗਦੇ ਦੀਆਂ ਇਹਦੀਆਂ ਅੱਖਾਂ ਦੇ ਸਾਹਮਣੇ, ਇਹ ਅੱਖਾਂ ਨੂੰ 2 ਦੀਵੇ ਕਿਹਾ। ਫਰੀਦਾ 2 ਦੀਵੀ ਬਲੰਦੀਆਂ ਮਲਕ ਬਹਿਠਾ ਆਏ, ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ। ਇਹਦੇ ਸਾਹਮਣੇ ਦੀਵੇ ਦੂਏ ਬੁਝਾ ਕੇ ਲਾਂਭੇ ਕਰ ਗਿਆ, ਵਿੱਚੋਂ ਆਤਮਾ ਕੱਢ ਕੇ ਲੈ ਗਿਆ। ਉਹ ਅੱਗੇ ਆਤਮਾ ਦਾ ਕੀ ਹਾਲ ਕੀਤਾ, ਜਿਹਦੀ ਗੁਰੂ ਅਮਰਦਾਸ ਮਹਾਰਾਜ ਨੇ ਗੱਲ ਕੀਤੀ, ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀ। 18 ਪੁਰਾਣਾਂ ਵਿੱਚੋਂ ਇੱਕ ਪੁਰਾਣ ਹੈ ਗਰੜ ਪੁਰਾਣ, ਉਹ ਪੜ੍ਹ ਕੇ ਦੇਖਿਓ। ਪੰਜਾਬੀ ਵਿੱਚ ਵੀ ਲਿਖਿਆ ਹੋਇਆ, ਆਮ ਮ੍ਰਿਤਕ ਪ੍ਰਾਣੀ ਦੇ ਉੱਤੇ ਪੜ੍ਹਦੇ ਆ। ਉਹਦੇ ਵਿੱਚ ਸਮਾਂ ਲਿਖਿਆ ਕਿ 1 ਸਾਲ ਦਾ ਸਮਾਂ ਧਰਮਰਾਜ ਦੀ ਕਚਹਿਰੀ ਤੱਕ ਪਹੁੰਚਣ ਦਾ ਜੀਵ ਨੂੰ ਲੱਗਦਾ। ਗਰੜ ਪੁਰਾਣ ਵਿੱਚ ਲਿਖਿਆ ਹੋਇਆ ਇਹ, ਜਿਹਦਾ ਜ਼ਿਕਰ ਦੂਜੀ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਇਨ ਬਿਨ ਉਹੀ ਅੱਖਰ ਗਰੜ ਪੁਰਾਣ ਵਾਲੇ, ਜੋ ਕੁਛ ਗਰੜ ਪੁਰਾਣ ਵਿੱਚ ਲਿਖਿਆ ਇਨ ਬਿਨ ਦੂਜੀ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਉਹੀ ਰਸਤਾ ਔਰ ਉਹੀ ਕਸ਼ਟ ਜੋ ਆਵੇਗਾ, ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਦੂਜੀ ਅਸ਼ਟਪਦੀ ਵਿੱਚ ਕਿਤੇ ਵਿਚਾਰ ਕੇ ਇਸ ਗੱਲ ਨੂੰ ਦੇਖਿਓ। ਉਹੀ ਬਚਨ ਬਿਲਕੁਲ ਮੇਲ ਖਾਂਦੇ ਆ। ਅੱਗੇ ਜਾ ਕੇ ਫਿਰ ਉਹ ਬੰਦੇ ਨੂੰ ਜਦੋਂ ਮਨੁੱਖ ਸਰੀਰ ਛੱਡ ਗਿਆ, ਵਿੱਚੋਂ ਸਰੀਰ 'ਚੋਂ ਆਤਮਾ ਨਿਕਲ ਗਈ, ਸਰੀਰ ਮਿੱਟੀ ਹੋ ਗਿਆ। ਚੇਤਾ ਰੱਖਿਓ, ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਮਨੁੱਖ ਦਾ ਸਰੀਰ ਜਦੋਂ ਚੱਕ ਕੇ ਸ਼ਮਸ਼ਾਨ ਨੂੰ ਲੈ ਕੇ ਜਾਈਏ ਤਾਂ ਸਿਰ ਕਿੱਧਰ ਨੂੰ ਲੈ ਕੇ ਜਾਈਦਾ। ਕਈਆਂ ਨੂੰ ਪਿੰਡਾਂ 'ਚ ਇਹ ਗੱਲ ਦਾ ਪਤਾ ਹੀ ਨਹੀਂ ਹੈ, ਇੱਦਾਂ ਹੀ ਵੈਸੇ ਤੁਰੇ ਰਹਿੰਦੇ ਆ। ਚੇਤਾ ਰੱਖਿਓ, ਜਦੋਂ ਮਨੁੱਖ ਦੁਨੀਆ ਵਿੱਚ ਆਇਆ ਉਹਦਾ ਸਿਰ ਉਦੋਂ ਵੀ ਮੋਹਰੇ ਸੀ, ਜਦੋਂ ਦੁਨੀਆ ਵਿੱਚੋਂ ਜਾਂਦਾ ਸਿਰ ਉਹਦਾ ਤਾਂ ਵੀ ਮੋਹਰੇ ਜਾਂਦਾ। ਜਿਸ ਬੰਦੇ ਦਾ ਸਿਰ ਮੋਹਰੇ ਆ, ਪੈਰ ਪਿੱਛੇ, 4 ਬੰਦਿਆਂ ਨੇ ਚੱਕਿਆ ਹੋਇਆ, ਸਮਝ ਲਓ ਅੱਜ ਸੰਸਾਰ ਵਿੱਚੋਂ ਚਲੇ ਗਿਆ, ਇਹਦਾ ਸਿਰ ਅੱਗੇ ਆ। ਜਿਹਦੇ ਪੈਰ ਮੋਹਰੇ ਆ, ਸਿਰ ਪਿੱਛੇ ਆ, ਸਮਝ ਲਓ ਮਰੀਜ਼ ਆ, ਇਹਨੂੰ ਚੱਕ ਕੇ ਹਸਪਤਾਲ ਨੂੰ ਲੈ ਕੇ ਚੱਲੇ, ਹਲੇ ਜਿਉਂਦਾ ਹੈ, ਇਹਦਾ ਸਿਰ ਹਲੇ ਸੰਸਾਰ ਵੱਲ ਹੈ, ਇਹ ਜਿਉਂਦਾ ਹੈ, ਇਹ ਨਿਸ਼ਾਨੀ ਹੈ। ਉਹਨੂੰ ਚੱਕ ਕੇ ਜਿਹੜੇ ਮਹਾਤਮਾ ਲੋਕਾਂ ਦੀ ਸੰਗਤ ਕਰਦੇ ਉਹਨਾਂ ਨੂੰ ਇਹ ਪਤਾ, ਪਿੰਡਾਂ 'ਚ ਆਮ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ, ਜਿੱਧਰ ਨੂੰ ਦੇਖਦੇ ਚੱਕ ਕੇ ਲੈ ਜਾਂਦੇ ਆ। ਚੇਤਾ ਰੱਖਿਓ, ਜੇ ਇੱਥੇ ਕਿਸੇ ਨੂੰ ਬਾੜਨਾ ਹੋਵੇ ਪੈਰ ਥੋੜ੍ਹੋ ਮੋੜੇ ਕਰਕੇ ਬਾੜੋਗੇ। ਜੇ ਬੰਦਾ ਚੱਕ ਕੇ ਅੰਦਰ ਲਿਆਉਣਾ ਹੋਵੇ ਤਾਂ ਉਹਦੇ ਪੈਰ ਥੋੜ੍ਹੋ ਮੋੜ ਨੂੰ ਕਰੋਗੇ, ਉਹਦਾ ਸਿਰ ਕਰਕੇ ਹੀ ਤੁਸੀਂ ਅੰਦਰ ਲਿਆਓਗੇ ਨਾ। ਜਦੋਂ ਰੱਬ ਦੇ ਘਰ ਨੂੰ ਲੈ ਕੇ ਜਾਓਗੇ, ਸਿਰ ਅੱਗੇ ਕਰਕੇ ਲੈ ਕੇ ਜਾਓਗੇ, ਉਹਦੇ ਘਰ ਨੂੰ ਸਤਿਕਾਰ ਨਾਲ, ਉਹਦਾ ਰੱਬ ਦਾ ਪਰਮੇਸ਼ਰ ਦਾ ਸਤਿਕਾਰ ਕਰਨਾ, ਨਾ ਕਿ ਨਰਾਦਰੀ ਕਰਨੀ ਹੈ। ਉਹਦੇ ਵਿੱਚ ਅੱਗੇ ਜਾ ਕੇ ਫਿਰ ਇੱਕ ਕਿਰਿਆ ਕਰਦੇ ਆ, ਬਹੁਤ ਸਾਰੇ ਕਰਦੇ, ਬਹੁਤ ਸਾਰੇ ਨਹੀਂ ਕਰਦੇ, ਕਈ ਕਿੰਤੂ ਪਰੰਤੂ ਕਰਦੇ ਆ। ਸਿੱਖ ਧਰਮ ਨਾਲ ਸੰਬੰਧਿਤ ਕਿੰਤੂ ਪਰੰਤੂ ਨਹੀਂ, ਗੁਰਮੁਖੋ ਕਰਿਆ ਕਰੋ। ਇਹ ਪੁਰਾਤਨ ਸਾਡੀਆਂ ਮਰਜ਼ਾਦਾ ਗੁਰੂਆਂ ਪੀਰਾਂ ਮਹਾਤਮਾ ਨੇ ਚਲਾਈਆਂ ਸੀ। ਜੇ ਨਹੀਂ ਕੋਈ ਕਰਦਾ ਤਾਂ ਵੱਖਰੀ ਗੱਲ ਹੈ, ਨਾ ਕਰੇ, ਕਿੰਤੂ ਪਰੰਤੂ ਨਾ ਕਰੇ। ਇਹ ਮਰਜ਼ਾਦਾ ਕਿਉਂ ਚਲਾਈਆਂ ਸੀ ਔਰ ਕਿਉਂ ਬਣਾਈਆਂ ਸੀ? ਅੱਗੇ ਉਹਨੂੰ ਅੱਧ ਮਾਰਗ ਕਿਰਿਆ ਕਹਿੰਦੇ ਆ। ਅੱਧੇ ਜਿਸਲੇ ਅੱਧਾ ਕੁ ਰਸਤਾ ਚਲੇ ਜਾਂਦੇ ਆ, ਉੱਥੇ ਇੱਕ ਪਾਣੀ ਦਾ ਘੜਾ ਭਰ ਕੇ ਲੈ ਕੇ ਜਾਂਦੇ ਆ ਮ੍ਰਿਤਕ ਪ੍ਰਾਣੀ ਦੇ ਪਿੱਛੇ। ਉਹ ਤਾਂ ਲੈ ਕੇ ਜਾਂਦੇ ਸੀ, ਉਹਦਾ ਮਤਲਬ ਸੀ ਪਿਛਲਿਆਂ ਯੁੱਗਾਂ ਵਿੱਚ ਜੋਗੀ ਜਨ ਆਪਣੇ ਸਵਾਸ 10ਵੇਂ ਦੁਆਰ ਚੜ੍ਹਾ ਲੈਂਦੇ ਸੀ, ਪਤਾ ਨਹੀਂ ਲੱਗਦਾ ਸੀ ਇਹਦੀ ਮੌਤ ਹੋ ਗਈ ਕਿ ਜਿਉਂਦਾ।
ਉਹ ਫਿਰ ਜਦੋਂ ਚੱਕ ਕੇ ਲੈ ਗਏ, ਉਹਨਾਂ ਨੇ ਕਿਹਾ ਰਸਤੇ ਦੇ ਵਿੱਚ ਇਹਦੇ ਸਿਰ ਦੇ ਕੋਲ ਖੜਾਕਾ ਜ਼ੋਰ ਦੀ ਕਰੋ ਤੇ ਇਹਦੇ ਜਿਹੜੇ ਸਵਾਸ ਥੱਲੇ ਉਤਰ ਜਾਣ, ਪਤਾ ਲੱਗ ਜਾ ਵੀ ਜੀਂਦਾ। ਉਹ ਅੱਧ ਮਾਰਗ ਕਿਰਿਆ ਤਾਂ ਭੰਨਦੇ ਸੀ ਰਸਤੇ ਵਿੱਚ ਭਾਂਡਾ, ਉੱਥੇ ਤੇ ਭੰਨ ਕੇ ਜ਼ੋਰ ਨਾਲ ਭਾਂਡਾ ਉਹਦੇ ਸਿਰ ਦੇ ਕੋਲ ਖੜਾਕ ਕਰਨਾ, ਸਵਾਸ ਥੱਲੇ ਉਤਰ ਜਾਣ। ਚਲੋ ਅੱਜ ਕੱਲ੍ਹ ਤਾਂ ਉੱਥੇ ਅਵਸਥਾ ਕਿਸੇ ਦੀ ਨਹੀਂ ਹੈ। ਚਲੋ ਮਰਜ਼ਾਦਾ ਚੱਲਦੀ ਆ ਰਹੀ ਸੀ, ਜਿਹੜਾ ਵੀ ਕਰਦਾ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਜਿਹੜਾ ਕਰਦਾ ਕਰੇ ਕੋਈ ਗੱਲ ਨਹੀਂ, ਕੋਈ ਉੱਤੇ ਕਿੰਤੂ ਪਰੰਤੂ ਨਹੀਂ ਹੈ। ਉਹਦੇ ਤੋਂ ਬਾਅਦ ਫਿਰ ਸਿਰ ਨਹੀਂ ਬਦਲਿਆ ਉਹਦਾ, ਬੰਦੇ ਬਦਲੇ, ਕਿਉਂਕਿ ਛਾਤੀ ਵਾਲਾ ਪਾਸਾ ਭਾਰਾ ਸੀ, ਪੈਰਾਂ ਵਾਲਾ ਹਲਕਾ ਸੀ। ਬੰਦੇ ਬਦਲ ਜਾਓ ਬਈ, ਭਾਰੇ ਵਾਲੇ ਹਲਕੇ ਵਾਲੇ ਪਾਸੇ ਆ ਜਾਓ, ਹਲਕੇ ਵਾਲੇ ਭਾਰੇ ਵਾਲੇ ਪਾਸੇ ਆ ਜਾਓ। ਚੱਕ ਕੇ ਲੈ ਗਏ ਸ਼ਮਸ਼ਾਨ ਨੂੰ। ਚੇਤਾ ਰੱਖਿਓ, ਮੇਰੀ ਉਮਰ ਤੇ ਸਿਆਣੇ ਵੀ ਤੁਹਾਡੇ ਵਿੱਚ ਬਹੁਤ ਬੈਠੇ ਹੋਣਗੇ, ਵਿਦਵਾਨ ਵੀ ਮੇਰੇ ਤੋਂ ਬੈਠੇ ਹੋਣਗੇ। ਹਿੰਦੁਸਤਾਨ ਦੇ ਵਿੱਚ ਪਹਿਲਾਂ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਸੀ, ਮੁਗਲਾਂ ਦਾ ਰਾਜ ਸੀ, ਸ਼ੁੱਕਰਵਾਰ ਜੁਮੇ ਦਾ ਦਿਨ ਸੀ। ਔਰ ਉਸ ਵੇਲੇ ਮੁਸਲਮਾਨਾਂ ਨੇ ਇੱਕ ਇਤਰਾਜ਼ ਕੀਤਾ, ਜਦੋਂ ਮਨੁੱਖ ਦਾ ਸੰਸਕਾਰ ਕਰਦੇ ਸੀ ਚੜ੍ਹਦੇ ਨੂੰ ਸਿਰ ਰੱਖਦੇ ਸੀ, ਲੈਂਦੇ ਨੂੰ ਪੈਰ ਰੱਖਦੇ ਸੀ। ਉਸ ਵੇਲੇ ਉਹਨਾਂ ਦਾ ਰਾਜ ਸੀ, ਉਹਨੇ ਇਹ ਗੱਲ ਉਠਾਈ ਕਿ ਤੁਸੀਂ ਸਾਡੇ ਮੱਕੇ ਵੱਲ ਨੂੰ ਪੈਰ ਕਰਦੇ ਹੋ, ਸਾਡੇ ਮੱਕੇ ਦੀ ਨਰਾਦਰੀ ਕਰਦੇ ਹੋ। ਉਹਨਾਂ ਦੇ ਜ਼ੋਰ ਮੁਤਾਬਕ, ਗੌੜ ਦੇ ਜ਼ੋਰ ਮੁਤਾਬਕ ਉਹਨਾਂ ਨੇ ਫਿਰ ਕੀ ਕੀਤਾ, ਜਿੱਧਰਲਾ ਪਾਸਾ ਧਰੂ ਸੀ, ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹੋ, ਉਹਦੇ ਵਿੱਚ ਲਿਖਿਆ ਧਰੂ ਪਰਮੇਸ਼ਰ ਦੇ ਦਰਵਾਜ਼ੇ 'ਤੇ ਬੈਠਾ। ਉੱਥੋਂ ਜਦੋਂ ਗੁਰੂ ਨਾਨਕ ਸਾਹਿਬ ਸੱਚਖੰਡ ਗਏ ਆ, ਧਰੂ ਦੀ ਨਗਰੀ ਤੋਂ ਗਏ, ਉਹਨਾਂ ਨੇ ਫਿਰ ਸਿਰ ਰੱਖ ਦਿੱਤਾ ਧਰੂ ਵੱਲ ਨੂੰ ਤੇ ਪੈਰ ਰੱਖਤੇ ਦੱਖਣ ਵੱਲ ਨੂੰ। ਅੱਜ ਵੀ ਤੁਸੀਂ ਦਿਸ਼ਾ ਦੇਖਣੀ ਹੋਵੇ, ਮੁਸਲਮਾਨਾਂ ਦੀ ਮਸੀਤ ਦੇਖੋ, ਚੜ੍ਹਦੇ ਪਾਸੇ ਨੂੰ ਮੂੰਹ ਹੈ, ਤੇ ਕਿਸੇ ਮਹਾਂਪੁਰਸ਼ ਦਾ ਰੌਜਾ ਦੇਖੋ, ਉਹਦਾ ਦੱਖਣ ਵੱਲ ਨੂੰ ਮੂੰਹ ਹੈ, ਕਿਉਂਕਿ ਦੱਖਣ ਵੱਲ ਨੂੰ ਪੈਰ ਹੈ ਤੇ ਸਿਰ ਦੂਜੇ ਪਾਸੇ ਨੂੰ ਹੈ। ਉੱਥੇ ਚੱਲ ਕੇ ਫਿਰ ਉਹਦਾ ਸੰਸਕਾਰ ਕਰ ਦਿੱਤਾ। ਫਿਰ ਸੰਸਕਾਰ ਕਰਨਗੇ 4 ਤਰ੍ਹਾਂ ਦਾ ਦਾਗ ਮੈਂ ਤੁਹਾਨੂੰ ਦੱਸ ਦਿੱਤਾ, ਜਿਨ੍ਹਾਂ ਨੇ ਅਗਨ ਭੇਟ ਕੀਤੀ ਹੈ। ਅਗਨ ਭੇਟ ਕਰਨ ਤੋਂ ਬਾਅਦ ਜਿਸਲੇ ਹਲੇ ਅੱਗ ਭੜਕਦੀ ਹੈ, ਅੱਗ ਭੜਕਣ ਦਿੰਦੇ ਨਹੀਂ ਹੈ, ਜ਼ੋਰ ਨਾਲ ਅੱਗ ਨਾ ਭੜਕੇ। ਤੁਹਾਡੇ ਵਿੱਚ ਸਿਆਣੇ ਬੰਦੇ ਉਹ ਜਾਣਦੇ ਆ, ਉਹ ਜਿਹੜੀ ਆਰਥੀ ਦੇ ਚੱਕ ਕੇ ਲਿਆਉਂਦੇ ਨਾ, ਉਹਦਾ ਇੱਕ ਡੰਡਾ ਚੱਕਦੇ ਆ, ਉਹ ਕਹਿੰਦੇ ਇਹਦੇ ਸਿਰ ਵਿੱਚ ਮਾਰ 7 ਵਾਰੀ, ਉਹਨੂੰ ਕਹਿੰਦੇ ਕਪਾਲ ਕਿਰਿਆ। ਉਹ ਆਖਰੀ ਕਿਰਿਆ ਹੁੰਦੀ ਆ ਵੀ ਇੱਕ ਵਾਰ ਆਖਰੀ ਵਾਰੀ ਡੰਡਾ ਮਾਰੋ, ਜੇ ਸਵਾਸ ਰੁਕੇ ਆ ਕੱਢ ਦਿਓ, ਜ਼ੋਰ ਨਾ ਮਾਰੋ 7 ਵਾਰੀ ਸਿਰ 'ਚ, ਹਲੇ ਅੱਗ ਭੜਕੀ ਆ, ਸਰੀਰ ਕੱਢ ਲਈਏ, ਜਿਉਂਦਾ ਨਾ ਹੋਵੇ ਇਹ। ਉਹ ਕਪਾਲ ਕਿਰਿਆ ਉਸ ਵੇਲੇ ਕੀਤੀ ਜਾਂਦੀ ਸੀ, ਹੁਣ ਵੀ ਕਰਦੇ ਆ, ਮਰਜ਼ਾਦਾ ਹੌਲੀ ਦਾਣੀ ਕਰਕੇ। ਚਲੋ ਉਹ ਵੱਖਰੀ ਗੱਲ ਹੈ, ਉਹ ਸਮਾਂ ਤਾਂ ਹੁਣ ਨਹੀਂ ਹੈ, ਨਾ ਉਹ ਕਿਸੇ ਦੀ ਅਵਸਥਾ ਹੀ ਹੈ, ਪਰ ਉਹਨੂੰ ਕਪਾਲ ਕਿਰਿਆ ਕਹਿੰਦੇ ਸੀ। 7 ਵਾਰ ਡੰਡਾ ਸਿਰ 'ਚ ਜ਼ੋਰ ਨਾਲ ਮਾਰਦੇ ਸੀ ਵੀ ਜੇ ਸਵਾਸ ਹਲੇ ਵੀ ਰੁਕੇ ਹੈ ਤੇ ਕੱਢ ਲਈਏ, ਅੱਗ ਹਲੇ ਭੜਕੀ ਹੈ, ਬਹੁਤਾ ਸਰੀਰ ਜਲਿਆ ਨਹੀਂ। ਕਪਾਲ ਕਿਰਿਆ ਤੋਂ ਬਾਅਦ ਫਿਰ ਜਿਸਲੇ ਸੰਬੰਧੀ ਸਾਰੇ ਇਕੱਠੇ ਹੁੰਦੇ ਆ, ਉਹ ਇੱਕ ਡੱਖੇ ਤੋੜ ਕੇ ਸਿੱਟਦੇ ਆ। ਮਹਾਂਪੁਰਸ਼ ਨਹੀਂ ਡੱਖੇ ਤੋੜਦੇ। ਜਿਹੜੀ ਸਰਕਾਰੀ ਦਰਬਾਰੇ ਪਹੁੰਚ ਹੋਵੇ, ਉਹ ਦਿਲ ਥੋੜ੍ਹਾ ਛੱਡਦਾ ਹੁੰਦਾ, ਦਿਲ ਤਾਂ ਉਹ ਛੱਡਦਾ ਜਿਹਦੀ ਗਾਹਾਂ ਪਹੁੰਚ ਨਹੀਂ ਹੈ। ਸਾਰੇ ਸੰਬੰਧੀਆਂ ਨੇ ਡੱਖੇ ਤੋੜ ਕੇ ਸਿੱਟ ਦਿੱਤੇ। ਅਸੀਂ ਇੱਥੇ ਤੱਕ ਹੀ ਤੇਰੇ ਨਾਲ ਪਹੁੰਚ ਸਕਦੇ ਸੀ, ਗਾਹਾਂ ਸਾਡੀ ਹਿੰਮਤ ਨਹੀਂ ਹੈ, ਨਾ ਸਾਡੀ ਗਾਹਾਂ ਚੱਲਦੀ ਹੈ, ਨਾ ਸਾਨੂੰ ਕੋਈ ਮੋਹਰੇ ਪੁੱਛਦਾ। ਸਾਨੂੰ ਇਹ ਵੀ ਨਹੀਂ ਪਤਾ ਵੀ ਤੈਨੂੰ ਲੈ ਕਿੱਥੇ ਨੂੰ ਗਏ ਹੈ। 84 ਦਾ ਸਮਾਂ ਤੁਸੀਂ ਦੇਖਿਆ ਹੀ ਹੋਣਾ, ਬੰਦੇ ਦਾ ਪਤਾ ਹੀ ਨਹੀਂ ਲੱਗਦਾ ਸੀ ਕਿੱਥੇ ਲੈ ਜਾਂਦੇ ਸੀ। ਉਹ ਡੱਖੇ ਤੋੜਨ ਦਾ ਮਤਲਬ ਸੀ ਸਾਡੀ ਵੱਸ ਹੈ, ਸਾਡੀ ਹੱਦ ਹੈ, ਇਹ ਤੋਂ ਗਾਹਾਂ ਤੇਰੇ ਨਾਲ ਅਸੀਂ ਹੁਣ ਜਾ ਨਹੀਂ ਸਕਦੇ। ਮਹਾਂਪੁਰਸ਼ਾਂ ਨੇ ਡੱਖੇ ਨਹੀਂ ਤੋੜੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਨਾਨਕ ਕੱਚੜਿਆਂ ਸਿਓ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਉਹ ਜਵੰਦੇ ਵਿਛੜੇ ਉਹ ਮੋਹਿਆ ਨਾ ਜਾਈ ਛੋੜ। ਮੈਂ ਤੁਹਾਨੂੰ ਇਹ ਵੀ ਇੱਕ ਗੱਲ ਦੱਸ ਦਿੰਦਾ, ਮੱਤ ਭੁਲੇਖਾ ਰਹਿ ਜਾਵੇ। ਅੱਜ ਕੱਲ੍ਹ ਉਹ ਚੰਗਾ ਜਿਹੜਾ ਸੰਤਾਂ ਦਾ ਵਿਰੋਧ ਕਰੇ, ਨਿੰਦਿਆ ਕਰੇ, ਰਾਗੀ ਢਾਡੀ, ਉਹਨਾਂ ਨੂੰ ਜ਼ਿਆਦਾ ਚੰਗਾ ਗਿਣਦੇ ਆ। ਗੁਰਮੁਖੋ ਕੱਚਿਆਂ ਦੀ ਗੱਲ ਵੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਪੱਕਿਆਂ ਦੀ ਵੀ ਲਿਖੀ ਹੈ। ਤੁਸੀਂ ਕਿਹਦੇ ਨਾਲੋਂ ਨਾਤਾ ਤੋੜਨਾ ਤੇ ਕਿਹਦੇ ਨਾਲ ਜੋੜਨਾ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ। ਗੁਰੂ ਦੀ ਤਾਂ ਝੂਠ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਕਈ ਵਾਰੀ ਅਸੀਂ ਕਿਸੇ ਦੇ ਅਫਸੋਸ 'ਤੇ ਚਲੇ ਜਾਂਦੇ, ਅੰਦਰੋਂ ਖੁਸ਼ ਹੁੰਦੇ ਹਾਂ ਤੇ ਉੱਪਰੋਂ ਮੂੰਹ ਬਿੰਗਾ ਕਰਕੇ ਬੈਠੇ ਹੁੰਦੇ। ਕੱਚਿਆਂ ਦੀ ਗਿਣਤੀ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਬਿਨ ਕੋਏ,
ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਤਿਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਉ। ਉਹਨਾਂ ਜਿਨ੍ਹਾਂ ਦੇ ਮਨ ਵਿੱਚ ਵੀ ਸੱਚ ਹੈ, ਮੂੰਹ 'ਤੇ ਵੀ ਸੱਚ ਹੈ, ਉਹ ਕਹਿੰਦੇ ਪੱਕਿਆਂ ਦੀ ਗਿਣਤੀ ਵਿੱਚ ਹੈ। ਉਹਨਾਂ ਨਾਲ ਨਾਤਾ ਜੋੜ ਉਹਨਾਂ ਦੀ ਗਾਹਾਂ ਵੀ ਚੱਲਦੀ ਹੈ। ਧਰਮ ਰਾਜਾ ਵੀ ਉਹਨਾਂ ਦੇ ਮੋਹਰੇ ਖੜਾ ਹੁੰਦਾ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਇਹ ਪੰਜਵੇਂ ਪਾਤਸ਼ਾਹ ਨੇ ਲਿਖਿਆ, ਸਾਧੂ ਦੀ ਸੰਗਤ ਕਰੋਗੇ ਇੱਦਾਂ ਦੇ ਪੱਕਿਆਂ ਦੀ। ਇਹ ਗਿਣਤੀ ਤਾਂ ਕੋਈ ਨਹੀਂ ਸਾਧੂ ਸੰਤਾਂ ਦੀ। ਹੁਣ ਇਹ ਗੁਣ ਲਿਖੇ ਆ ਸੰਤਾਂ ਦੇ ਗੁਰੂ ਗ੍ਰੰਥ ਸਾਹਿਬ 'ਚ। ਸਾਧ ਹੈ, ਸੰਤ ਹੈ, ਗੁਰਮੁਖ ਹੈ, ਗੁਰਸਿੱਖ ਹੈ, ਬ੍ਰਹਮ ਗਿਆਨੀ ਹੈ, ਭਗਤ ਹੈ। ਉਹ ਪੜ੍ਹਾਈ ਲਿਖੀ ਹੈ। ਕਿਹੜੀ ਪੜ੍ਹਾਈ ਪੜ੍ਹਨੀ? ਜੇ ਕਿਸੇ ਨੇ ਬ੍ਰਹਮ ਗਿਆਨੀ ਪੜ੍ਹਨਾ ਤਾਂ ਉਹ ਪੜ੍ਹਾਈ ਪੜ੍ਹ ਲੈ, ਸੰਤ ਬਣਨਾ ਤਾਂ ਆਹ ਪੜ੍ਹ ਲੈ, ਗੁਰਮੁਖ ਬਣਨਾ ਤਾਂ ਇਹ ਪੜ੍ਹ ਲੈ, ਗੁਰਸਿੱਖ ਬਣਨਾ ਤਾਂ ਇਹ ਪੜ੍ਹ ਲੈ। ਪੜ੍ਹਾਈ ਹੈ। ਉਹਨੂੰ ਸ਼ੂਦਰ ਪੜ੍ਹ ਲਵੇ ਉੱਥੇ ਪਹੁੰਚ ਜਾਊਗਾ, ਉਹਨੂੰ ਬ੍ਰਾਹਮਣ ਪੜ੍ਹ ਲਵੇ ਉਹ ਉੱਥੇ ਪਹੁੰਚ ਜਾਊਗਾ। ਪੜ੍ਹਾਈ ਹੈ। DC ਦੀ ਪੜ੍ਹਾਈ ਜਿਹੜਾ ਮਰਜ਼ੀ ਪੜ੍ਹ ਲਵੇ ਉੱਥੇ ਉਸੇ ਕੁਰਸੀ 'ਤੇ ਬਹਿ ਜਾਂਦਾ ਉਹ। ਨਾਨਕ ਕੱਚੜਿਆਂ ਸਿਓ ਤੋੜ, ਜਿਨ੍ਹਾਂ ਦੇ ਵਿੱਚ ਇਹ ਗੁਣ ਪੈਦਾ ਹੋ ਗਿਆ, ਅੰਦਰੋਂ ਵੀ ਮਨ 'ਚ ਵੀ ਕੋਈ ਸੱਚਾ ਤੇ ਬਾਹਰੋਂ ਵੀ ਸੱਚਾ, ਮੂੰਹ 'ਤੇ ਗੱਲ ਉਹੀ, ਮੂੰਹ ਅੰਦਰ ਵੀ ਉਹੀ ਹੈ। ਕਹਿੰਦੇ ਉਹਨਾਂ ਨੇ ਨਾਤਾ ਜੋੜ, ਉਹ ਤੈਨੂੰ ਛਡਾ ਦੇਣਗੇ ਮੋਹਰੇ। ਧਰਮ ਰਾਜਾ ਉਹਨਾਂ ਤੋਂ ਡਰਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਧਰਮ ਰਾਜਾ ਹੈ ਹਰ ਕਾ ਕੀਆ ਵੈ ਸੱਚਾ ਧਰਮ ਵਿਚਾਰ। ਫਿਰ ਸਾਧ ਸੰਗਤ ਉਸ ਵੇਲੇ ਉਹਦੇ ਤੋਂ ਬਾਅਦ ਫਿਰ ਜਿਹੜੇ ਕਈ ਸਾਹਿਬ ਬਹੁਤ ਤਾਂ ਹਰਿਦੁਆਰ ਪਾਉਂਦੇ ਆ ਫੁੱਲ, ਬਹੁਤ ਸਾਰੇ ਕੀਰਤਪੁਰ ਸਾਹਿਬ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਸੀ, ਮੇਰੇ ਸਿੱਖ ਦੀ ਕੋਈ ਕਾਂ ਕੁੱਤਾ ਹੱਡੀ ਲਿਆ ਕੇ ਵੀ ਪਾ ਦੂਗਾ ਕੀਰਤਪੁਰ ਸਾਹਿਬ, ਮੈਂ ਉਹਦੀ ਸੰਭਾਲ ਕਰੂੰਗਾ। ਆਪਣਾ ਵਿਸ਼ਵਾਸ ਹੈ। ਹਰਿਦੁਆਰ ਪੁਰਾਤਨ ਸਾਡਾ ਸਤਿਯੁਗ ਦਾ ਸਥਾਨ ਹੈ। ਉੱਥੇ ਪਹਿਲਾਂ ਬਹੁਤ ਸਾਰੇ ਲੋਕ ਜਾਂਦੇ ਸੀ। ਉੱਥੇ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ, ਫੁੱਲ ਹਰ ਸਰ ਭਾਵੈ। ਹਰੀ ਪਰਮੇਸ਼ਰ ਦਾ ਸਰ ਕਹਿੰਦੇ ਸਰੋਵਰ ਨੂੰ। ਜਿਹੜਾ ਹਰੀ ਪਰਮੇਸ਼ਰ ਦਾ ਨਾਮ ਜਪਣ ਜਾਂ ਮਹਾਂਪੁਰਖਾਂ ਦੇ ਚਰਨ ਰੱਖ ਕੇ ਜਲ ਪਵਿੱਤਰ ਹੈਗਾ ਉੱਥੇ ਪਾ ਦਿਓ। ਗੁਰੂ ਅਮਰਦਾਸ ਮਹਾਰਾਜ ਨੇ ਇਹ ਗੱਲ ਲਿਖੀ ਹੈ। ਉਹਦੇ ਵਿੱਚ ਫਿਰ ਦਿਨ ਗਿਣੇ ਗਏ। ਸਤਿਯੁਗ ਵਿੱਚ 17 ਦਿਨ ਗਿਣੇ ਗਏ, ਜਿਹਨੂੰ 16 ਕਹਿੰਦੇ ਆ। ਸਨਾਤਨ ਮੱਤ ਦੇ ਅੰਦਰ 16 ਕਰਦੇ ਆ। ਸਾਡੇ ਜਿੰਨੇ ਮਹਾਂਪੁਰ ਚੜ੍ਹਾਈ ਕਰ ਜਾਂਦੇ ਉਹਨਾਂ ਨੂੰ 17ਵਾਂ ਦਿਨ ਰੱਖਦੇ ਆ। 17ਵੇਂ ਦਿਨ ਉਹਦਾ ਅਗਲਾ ਮਹੰਤ ਥਾਪ ਦਿੰਦੇ ਆ। ਉਹ ਤੋਂ ਬਾਅਦ ਯੁੱਗ ਬਦਲ ਗਿਆ। ਯੁੱਗਾਂ ਬਾਅਦ ਇਹ ਦਿਨ ਬਦਲ ਗਿਆ। ਇਹ ਦਿਨ ਰੱਖੇ ਸੀ ਵੀ ਜਿਹੜੇ ਅਫਸੋਸ ਨੂੰ, ਜਿਹੜੇ ਸੰਬੰਧੀ ਹੈ ਪ੍ਰੇਮ ਕਰਨ ਵਾਲੇ ਜਾਂ ਨਗਰ ਨਿਵਾਸੀ ਜਾਂ ਰਿਸ਼ਤੇਦਾਰ, ਉਹ ਉਨੇ ਦਿਨਾਂ ਵਿੱਚ ਆ ਕੇ ਉਹਨਾਂ ਸੋਗ ਸਾਂਝਾ ਕਰ ਲੈਣ, ਉਹਨੂੰ ਹੌਸਲਾ ਦੇ ਦੇਣ, ਤੇਰੇ ਨਾਲ ਇਕੱਲੇ ਨਾਲ ਨਹੀਂ ਹੋਈ, ਦੁਨੀਆ ਨਾਲ ਹੋਰ ਵੀ ਹੋਈ ਹੈ। ਸਿਰਫ ਗੱਲਾਂ ਹੀ ਕਰਨ ਆਉਣਾ ਭਾਈ, ਹੌਸਲਾ ਰੱਖ, ਦਿਲ ਥੱਲੇ ਨਾ ਛੱਡ। ਇਹ ਦਿਨ ਰੱਖੇ ਸੀ। ਉਹ ਜਦੋਂ ਦਿਨ ਪੂਰੇ ਹੋ ਜਾਂਦੇ ਸੀ ਫਿਰ ਉਹ ਸੋਗ ਦੀ ਜਿਹੜੀ ਥੱਲਿਓਂ ਦਰੀ ਸੀ ਚੱਕ ਦਿੰਦੇ ਸੀ। ਫਿਰ ਮੰਜਿਆਂ ਮੁੰਜਿਆਂ 'ਤੇ ਬਹਿ ਜਾਂਦੇ ਸੀ। ਜਿੰਨਾ ਚਿਰ ਸੋਗ ਸੀ ਉਹਨਾਂ ਚਿਰ ਧਰਤੀ 'ਤੇ ਬਹਿੰਦੇ ਆ, ਅਫਸੋਸ ਜਿੰਨਾ ਚਿਰ ਕਰਦੇ। ਉਦੋਂ 17 ਦਿਨ ਸੀ। ਦੁਆਪਰ ਤ੍ਰੇਤੇ ਵਿੱਚ 13 ਦਿਨ ਰੱਖ ਦਿੱਤੇ। ਸਾਡੇ ਮਹਾਂਪੁਰਸ਼ ਹਾਲੇ ਵੀ 13 ਤੇ ਭੋਗ ਪਾਉਂਦੇ ਉੱਥੇ। ਇਹ ਮਰਜ਼ਾਦਾ ਉੱਥੋਂ ਚੱਲੀ ਸੀ, ਜਾਂ 3 ਚੋਂ ਨਾ 13 ਚੋਂ। 3 ਦਿਨ ਵਿਆਹ ਦੇ, 13 ਦਿਨ ਸੋਗ ਦੇ। ਨਾ ਤੈਨੂੰ ਕੋਈ ਖੁਸ਼ੀ 'ਤੇ ਪੁੱਛਦਾ, ਨਾ ਤੈਨੂੰ ਗਮੀ 'ਤੇ ਪੁੱਛਦਾ, ਤੂੰ ਕਿਹਨਾਂ ਚੋਂ ਆ ਵੀ 3 ਚੋਂ ਨਾ 13 ਚੋਂ। ਇਹ 13 ਦਿਨ ਉਦੋਂ ਰੱਖੇ ਸੀ। ਇਹ ਜਿਹੜੀ ਕਹਾਵਤ ਵੀ ਉਦੋਂ ਬਣੀ ਸੀ, ਨਾ ਤੂੰ 3 ਚੋਂ ਨਾ 13 ਚੋਂ। ਉਹਦੇ ਤੋਂ ਬਾਅਦ ਫਿਰ ਚਲੋ ਸਿੱਖਾਂ ਨੇ 10ਵਾਂ ਦਿਨ ਵੀ ਰੱਖ ਲਿਆ। ਇਸ ਗੱਲ 'ਤੇ ਕਿੰਤੂ ਪਰੰਤੂ ਨਹੀਂ। 17 ਦਿਨ ਦੇ ਅੰਦਰ ਤੁਸੀਂ ਕਿਸੇ ਦਿਨ ਵੀ ਭੋਗ ਪਾ ਸਕਦੇ ਹੋ। ਇਹ ਤੁਹਾਡੇ ਪਰਿਵਾਰ ਦੀ ਆਪਣੀ ਮਰਜ਼ੀ ਹੈ। ਤੁਸੀਂ ਛੇਤੀ ਸੋਗ ਚੱਕਣਾ ਛੇਤੀ ਚੱਕ ਦਿਓ, ਮਰਜ਼ੀ ਹੈ, ਪਰ 17 ਦਿਨ ਤੋਂ ਟਪਾਉਣੇ ਨਹੀਂ ਚਾਹੀਦੇ। ਮਹਾਤਮਾ ਦੀ ਇਹ ਕਿਰਿਆ ਮਰਜ਼ਾਦਾ ਬਣਾਈ ਹੋਈ ਹੈ। ਉਹਦੇ ਤੋਂ ਬਾਅਦ ਕੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਦਾ, ਕੋਈ ਗਰੜ ਪੁਰਾਣ ਦਾ, ਕੋਈ ਰਾਮਾਇਣ ਦਾ, ਕੋਈ ਗੀਤਾ ਦਾ। ਆਪਣੇ ਧਰਮ ਮੁਤਾਬਕ ਆਪਣੇ ਇਸ਼ਟ ਨੂੰ ਬੇਨਤੀ ਕਰਨੀ ਹੈ ਵੀ ਮਹਾਰਾਜ ਇਹ ਪ੍ਰਾਣੀ ਸਾਡਾ ਮੋਹਰੇ ਆਇਆ, ਕਿਰਪਾ ਕਰਕੇ ਇਹਦੇ ਮਹਾਰਾਜ ਗੁਨਾਹ ਤਾਂ ਠੀਕ ਹੈ ਹੋਣਗੇ। ਜਿੱਦਾਂ ਕਿਸੇ ਦੀ ਸਰਕਾਰੀ ਦਰਬਾਰੇ ਬਣੀਓ ਹੋਵੇ, ਉਹ ਜਾ ਕੇ ਕਹਿ ਦੇਵੇ ਵੀ ਕੁੱਟਿਓ ਨਾ, ਜਿਹੜਾ ਕੇਸ ਬਣਦਾ ਬਣਾ ਦਿਓ, ਇਹਨੂੰ ਕੁੱਟਿਓ ਕੱਟਿਓ ਨਾ। ਇਹ ਹੁੰਦਾ ਇੱਕ ਜ਼ਮਾਨਤ ਕਰਾਉਣੀ। ਜਿਹੜੇ ਤੁਸੀਂ ਇਕੱਠੇ ਹੋਏ ਹੋ, ਉਹ ਜੀਵ ਆਤਮਾ ਫੜੀ ਹੋਈ ਹੈ। ਤੁਸੀਂ ਸਾਰੇ ਇਕੱਠੇ ਹੋਏ, ਮਹਾਰਾਜ ਸੱਚੇ ਪਾਤਸ਼ਾਹ ਠੀਕ ਹੈ, ਜੀਵ ਤਾਂ ਗੁਨਾਹਗਾਰ ਹੈ, ਇਹ ਮਹਾਰਾਜ ਮਾਫੀ ਦੇ ਦਿਓ। ਇਹ ਉਹ ਤਾਂ ਇਕੱਠੇ ਕੀਤੇ, ਇਹਨੂੰ ਕਹਿੰਦੇ ਸੀ ਇਕੱਠ ਕਰਨ।
ਇਹਨਾਂ 'ਚੋਂ ਰੱਬ ਨੂੰ ਪਿਆਰਾ ਪਤਾ ਨਹੀਂ ਕਿਹੜਾ ਹੈ। ਬੜੀ ਭੀੜ ਹੁੰਦੀ ਹੈ, ਉਹ 'ਚੋਂ MLA MP ਜਾਂ ਕੋਈ ਸਰਕਾਰੀ ਰਾਜਨੀਤਿਕ ਬੰਦਾ ਇੱਕ ਅੱਧਾ ਹੀ ਹੁੰਦਾ, ਉਹਦਾ ਸਰਕਾਰ ਮੰਨ ਲੈਂਦੀ ਹੈ, ਥਾਣੇ ਵਾਲੇ ਵੀ ਮੰਨ ਲੈਂਦੇ। ਇੱਦਾਂ ਇਹਨਾਂ 'ਚੋਂ ਬੀਬੀਆਂ 'ਚੋਂ ਪਤਾ ਨਹੀਂ, ਤੁਹਾਡੇ ਵਿੱਚੋਂ ਇਹਨਾਂ 'ਚੋਂ ਪਤਾ ਨਹੀਂ ਰੱਬ ਦਾ ਪਿਆਰਾ ਹੈ ਕਿਹੜਾ। ਉਹ ਇੱਕ ਵੀ ਬੰਦੇ ਦੀ ਅਰਦਾਸ ਸੁਣੀ ਗਈ ਤੇ ਉਹਦੀ ਪ੍ਰਵਾਨਗੀ ਹੋ ਜਾਣੀ। ਇਹ ਮਰਜ਼ਾਦਾ ਉਦੋਂ ਬਣਾਈਆਂ ਸੀ ਵੀ ਉਹ ਜਿਹੜਾ ਜੀਵ ਆਤਮਾ ਫਸੀ ਹੋਈ ਹੈ ਕਿਸੇ ਕੰਢੇ ਜਾ ਕੇ, ਮੋਹਰੇ ਜਾ ਕੇ, ਉਹਨੂੰ ਸਜ਼ਾ ਨਾ ਮਿਲੇ। ਸਜ਼ਾ ਕੀ ਹੈ? ਸਜ਼ਾ ਬਹੁਤ ਹੈ। ਗਰੜ ਪੁਰਾਣ ਪੜ੍ਹ ਕੇ ਦੇਖ ਲਿਓ, ਜੇ ਇੱਕ ਵਾਰ ਤੁਸੀਂ ਪੜ੍ਹ ਲਿਆ ਤਾਂ ਮੇਰਾ ਖਿਆਲ ਬੰਦਾ ਮੁੜ ਕੇ ਨਾਮ ਹੀ ਜਪੂਗਾ। ਸੋ ਉਸ ਤੋਂ ਬਾਅਦ ਇੱਕ ਬਸਤਰ ਬਰਤਨ ਰੱਖੇ ਜਾਂਦੇ ਆ, ਕਈ ਇਹ 'ਤੇ ਵੀ ਕਿੰਤੂ ਪਰੰਤੂ ਕਰਦੇ ਆ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੀਆਂ ਨੂੰ ਕਿਸੇ ਨੇ ਪੁੱਛਿਆ ਸੀ ਵੀ ਮਹਾਰਾਜ ਇਹ ਮੋਹਰੇ ਮਿਲ ਜਾਂਦੇ ਜੀ, ਇਹ ਜਿਹੜੇ ਰੱਖਦੇ ਆ? ਮਹਾਂਪੁਰਸ਼ ਕਹਿੰਦੇ ਮਿਲ ਜਾਂਦੇ। ਤੁਸੀਂ ਮਨੀ ਆਰਡਰ ਕਹਿੰਦੇ ਕਰਦੇ ਆ, ਮਿਲ ਜਾਂਦਾ? ਉਹ ਕਹਿੰਦੇ ਜੀ ਮਿਲ ਜਾਂਦਾ। ਕਹਿੰਦੇ ਇਹ ਵੀ ਮਿਲ ਜਾਂਦੇ। ਜਿਹੜੇ ਕਹਿੰਦੇ ਨਹੀਂ ਮਿਲਦੇ, ਉਹ ਆਸਾ ਜੀ ਦੀ ਵਾਰ ਪੜ੍ਹੋ। ਆਸਾ ਜੀ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ, ਜੇ ਚੋਰ ਚੋਰੀ ਕਰਕੇ ਆਪਣੇ ਪਿਤਰਾਂ ਦੇ ਨਿਮਿਤ ਇਹ ਚੀਜ਼ਾਂ ਦੇ ਦੇਵੇ ਤੋ ਹੋਣ ਚੋਰੀ ਦੀਆਂ। ਮੋਹਰੇ ਜਿਹਨੇ ਪਚਾਈਆਂ, ਜਿਨ ਬ੍ਰਾਹਮਣ ਨੇ ਸਰਾਧ ਖਾਧਾ ਉਹਨੇ ਜਾਂ ਸਿੱਖ ਨੇ ਰੋਟੀ ਖਾਧੀ, ਉਹਨੂੰ ਸਜ਼ਾ ਮਿਲਦੀ ਤੇ ਹੱਥ ਵੱਢ ਦਿਓ। ਚੋਰੀ ਦੀ ਚੀਜ਼ ਤੂੰ ਕਿਉਂ ਮੋਹਰੇ ਪੜਾਈ ਵੀ? ਆਸਾ ਜੀ ਦੀ ਵਾਰ ਵਿੱਚ ਬਚਨ ਲਿਖਿਆ, ਜੇ ਮੁਹਾਕਾ ਕਰ ਮੋਹੇ ਕਰਮੋ ਪਿਤਰੀ ਦੇ, ਅੱਗੇ ਬਸਤ ਸਿਆਣੀਏ ਪਿਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਤੇ। ਜੇ ਹੱਕ ਦੀ ਕਮਾਈ ਹੈ ਨਾ ਇਹ ਉਹ ਜੀਵ ਆਤਮਾ ਨੂੰ ਮੋਹਰੇ ਮਿਲੂਗੀ ਜ਼ਰੂਰ। ਇਹ ਚਾਹੀਦੀ ਕਿੱਥੇ ਹੈ? ਇਹ ਤੁਸੀਂ ਸੁਖਮਨੀ ਸਾਹਿਬ ਦੂਜੀ ਅਸ਼ਟਪਦੀ ਪੜ੍ਹ ਲਿਓ, ਇਹ ਕਿੱਥੇ ਚਾਹੀਦੀ, ਉੱਥੇ ਚਲੇ ਜਾਊਗੀ। ਇਹ ਪੜ੍ਹ ਲਿਓ। ਇਹ ਬਿਸਤਰਾ ਬਰਤਨ ਜਾਂ ਬਸਤਰ ਇਹ ਕਿੱਥੇ ਜਾਣੇ ਆ, ਇਹ ਤੁਸੀਂ ਗਰੜ ਪੁਰਾਣ ਦੀ ਕਥਾ ਪੜ੍ਹ ਲਿਓ, ਉਹ ਵੀ ਦੱਸ ਦੇਣਗੇ ਕਿੱਥੇ ਜਾਣੇ ਆ। ਐਵੇਂ ਭੁਲੇਖਾ ਨਾ ਰੱਖਿਓ, ਕਈ ਕਹਿੰਦੇ ਐਵੇਂ ਇਹ ਮਰਜ਼ਾਦਾ ਬਣਾਈਆਂ, ਐਵੇਂ ਹੀ ਨਹੀਂ ਬਣਾਈਆਂ। ਸਾਡੀਆਂ ਬੁੱਧੀਆਂ 'ਤੇ ਫਰਕ ਪੈ ਗਿਆ, ਸਾਡੀ ਸੋਚ ਵਿੱਚ ਫਰਕ ਪੈ ਗਿਆ। ਇਸ ਕਰਕੇ ਗੁਰਮੁਖੋ, ਇਹਦੇ ਤੋਂ ਬਾਅਦ ਇੱਕ ਮਰਜ਼ਾਦਾ ਹੁੰਦੀ ਹੈ। ਸਾਡੇ ਕੋਲ ਤਾਂ ਨੌਜਵਾਨ ਜਾਂਦਾ ਉੱਥੇ ਪ੍ਰੇਮ ਰੱਖਦਾ ਸਥਾਨ ਦੇ ਨਾਲ, ਉਹ ਤੋਂ ਬਾਅਦ ਵੱਡੇ ਪੁੱਤਰ ਦੇ ਇੱਕ ਸੀਸ 'ਤੇ ਦਸਤਾਰ ਸਜਾਉਂਦੇ। ਉਹਦਾ ਮਤਲਬ ਹੁੰਦਾ ਕਿ ਜਿਹੜੀ ਉਹ ਬਾਪ ਕਰਦਾ ਸੀ ਨਾ ਜ਼ਿੰਮੇਵਾਰੀ, ਉਹ ਹੁਣ ਉਹਦਾ ਵੱਡਾ ਪੁੱਤਰ ਨਿਭਾਊਗਾ। ਉਹ ਫਿਰ ਰਿਸ਼ਤੇਦਾਰ ਆਪਣੇ ਸਾਕ ਸੰਬੰਧੀ ਉਹ ਲਿਆ ਕੇ ਉਹ ਮਰਜ਼ਾਦਾ ਨੂੰ ਬਣਾਉਂਦੇ ਆ ਵੀ ਅੱਗੇ ਤੋਂ ਜਿਹੜੀ ਉਹ ਜ਼ਿੰਮੇਵਾਰੀ ਕਰਦਾ ਸੀ ਇਹ ਕਰੂਗਾ। ਸੋ ਬਹੁਤਾ ਸਮਾਂ ਨਹੀਂ, ਮੈਂ ਸਮਾਪਤੀ ਕਰ ਦੇਣੀ ਹੈ। ਇੱਕ ਅਸੀਂ ਤਾਂ ਦਸਤਾਰ ਡੇਰੇ ਵੱਲੋਂ ਲੈ ਕੇ ਆਏ ਹਾਂ, ਜਿਹਨੂੰ ਵੀ ਜ਼ਿੰਮੇਵਾਰੀ ਪਰਿਵਾਰ ਨੇ ਦੇਣੀ ਉਹ ਅੱਗੇ ਆ ਕੇ ਬਹਿ ਜਾਵੇ, ਸਾਡਾ ਇੱਕ ਸਿੰਘ ਉੱਠ ਕੇ ਉਹਨੂੰ ਦਸਤਾਰ ਦੇ ਦੂਗਾ। ਬਾਕੀ ਕਿਸੇ ਦੀ ਤੁਹਾਡੀ ਆਪਣੀ ਮਰਜ਼ਾਦਾ ਜੋ ਪਰਿਵਾਰ ਦੀ ਹੈ ਉਹ ਬਾਅਦ 'ਚ ਆਪਣੀ ਕਰ ਲਿਓ। ਅਤੇ ਬਾਕੀ ਸਾਰਿਆਂ ਦਾ ਧੰਨਵਾਦ ਹੈ। ਮੈਂ ਇਹ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ, ਇੱਥੇ ਪਹਿਲਾਂ ਬਾਬਾ ਖੜਕ ਸਿੰਘ ਜੀ, ਉਹਨਾਂ ਨਾਲ ਵੀ ਸਾਡਾ ਪਿਆਰ ਸੀ। ਸੋ ਉਸ ਸਥਾਨ 'ਤੇ ਸਮਾਂ ਪ੍ਰਾਪਤ ਹੋਇਆ। ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਹੈ ਜੀ। ਜਿੰਨੇ ਵੀ ਤੁਸੀਂ ਆਏ ਹੋ, ਸਾਡੇ ਸੇਵਾਦਾਰਾਂ ਨੂੰ ਬੇਨਤੀ, ਸਰਜੀਤ ਸਿੰਘ ਹੋਣਾ ਨੂੰ, ਕਿ ਉੱਠ ਕੇ ਦਸਤਾਰ ਦੇ ਦਿਓ। ਬਾਕੀ ਭਾਈ ਤੁਹਾਡੀ ਪਰਿਵਾਰ ਦੀ ਮਰਜ਼ਾਦਾ ਜਿਹੜੀ ਉਹ ਆਪਣੀ ਬਣਾ ਲਿਓ, ਜਿੱਦਾਂ ਦੀ ਵੀ ਤੁਹਾਡੀ। ਪਰਿਵਾਰਾਂ ਦੇ ਕਈ ਤਰ੍ਹਾਂ ਦੇ ਵਿਹਾਰ ਹੁੰਦੇ ਆ। ਬਾਕੀ ਸਾਰਿਆਂ ਦਾ ਧੰਨਵਾਦ ਜੀ। ਇਹ ਮਾਇਆ ਜਿਨ੍ਹਾਂ ਨੇ ਚਾੜੀ ਹੈ ਗੁਰਮੁਖੋ, ਇਹ ਮਾਇਆ ਤਾਂ ਇੱਥੇ ਗੁਰਦੁਆਰਾ ਸਾਹਿਬ, ਇਹ ਸਾਡੇ ਹੀ ਗੁਰਦੁਆਰੇ ਹੈ। ਗੁਰਦੁਆਰਿਆਂ ਦੀ ਮਾਇਆ ਗੁਰਦੁਆਰਿਆਂ ਨੂੰ ਥੋੜ੍ਹਾ ਲੈ ਕੇ ਚਾਹੀਦੀ, ਇਹ ਵੀ ਸਾਡਾ ਹੀ ਸਥਾਨ ਹੈ। ਇਹ ਮਾਇਆ ਤਾਂ ਤੁਹਾਡੀ ਲੇਖੇ ਹੀ ਲੱਗ ਜਾਣੀ, ਮੈਂ ਇੱਥੇ ਹੀ ਪਾ ਦੇਣੀ ਗੱਲੇ ਵਿੱਚ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।